तो ਅੱਜ ਅਸੀਂ ਜਿਸ ਵਿਸ਼ੇ ਉੱਤੇ ਆਪਾਂ ਗੱਲ ਕਰਾਂਗੇ ਕਿ ਅਸੀਂ ਆਪਣੇ ਵਿਸ਼ਵਾਸ ਨੂੰ ਪਰਖੀਏ ਕਿ ਅਸੀਂ ਵਿਸ਼ਵਾਸ ਵਿੱਚ ਹੈ ਜਾਂ ਨਹੀਂ, ਕਿਉਂਕਿ ਜਿਹੜੇ ਅਸੀਂ ਮਸੀਹ ਦੇ ਵਿੱਚ ਸੱਦੇ ਹੋਏ ਹਾਂ, ਅਸੀਂ ਬੁਲਾਏ ਹੋਏ ਹਾਂ ਅਨੰਤ ਜੀਵਨ ਦੇ ਵਾਰਿਸ ਹੋਣ ਦੇ ਲਈ। ਤੇ ਅਸੀਂ ਬੈਠ ਕੇ ਆਪਾਂ ਜਦੋਂ ਆਪਾਂ ਸੰਗਤੀ ਕਰਦੇ ਹਾਂ, ਬੈਠ ਕੇ ਜਦੋਂ ਵਿਚਾਰ ਵਿਮਰਸ਼ ਕਰਦੇ ਹਾਂ, ਜਦੋਂ ਅਸੀਂ ਵਚਨ ਨੂੰ ਪੜ੍ਹਦੇ ਹਾਂ, ਵਚਨ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਉਹਦਾ ਮਾਤਰ ਇੱਕੋ ਉਦੇਸ਼ ਹੈ ਕਿ ਅਸੀਂ ਮਸੀਹ ਦੇ ਵਚਨ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲਈਏ। ਯਿਸੂ ਮਸੀਹ ਦੇ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਆਪਾਂ ਅੱਗੇ ਲੈ ਕੇ ਚੱਲੀਏ ਕਿ ਤਾਂ ਜੋ ਅਸੀਂ ਉਸ ਰਸਤੇ ਉੱਤੇ ਚੱਲ ਕੇ ਉਸ ਮੰਜ਼ਿਲ ਤੱਕ ਪਹੁੰਚੀਏ ਜਿੱਥੇ ਸਾਨੂੰ ਜਾਣਾ ਹੈ। ਤੋ ਪਰਮੇਸ਼ਰ ਧੰਨਵਾਦ ਕਰਦੇ ਹਾਂ ਕਿ ਅਸੀਂ ਸਾਰੇ ਹੀ ਇਕੱਠੇ ਹੁੰਦੇ ਹਾਂ ਔਰ ਵਚਨ ਨੂੰ ਅਸੀਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਅੱਜ ਜਿਸ ਟੌਪਿਕ ਉੱਤੇ ਮੈਂ ਗੱਲ ਕਰਾਂਗਾ ਕਿ ਹਰ ਇੱਕ ਵਿਸ਼ਵਾਸੀ ਨੂੰ, ਹਰ ਇੱਕ ਮਸੀਹੀ ਵਿਅਕਤੀ ਨੂੰ ਇਸ ਗੱਲ ਉੱਤੇ ਜ਼ੋਰ ਦੇਣਾ ਚਾਹੀਦਾ ਕਿ ਆਪਣੇ ਵਿਸ਼ਵਾਸ ਨੂੰ ਪਰਖੀਏ, ਕਿਉਂਕਿ ਅਸੀਂ ਐਗਜ਼ਾਮ ਦੀ ਤਿਆਰੀ ਤਾਂ ਆਪਾਂ ਕਰ ਰਹੇ ਹਾਂ, ਫਾਈਨਲ ਐਗਜ਼ਾਮ ਤਾਂ ਹੋਣੇ ਆ ਸਾਡੇ, ਪਰ ਕੀ ਜ਼ਰੂਰੀ ਨਹੀਂ ਕਿ ਐਗਜ਼ਾਮ ਤੋਂ ਪਹਿਲਾਂ ਅਸੀਂ ਇਹਨੂੰ ਰਿਵੀਜ਼ਨ ਕਰ ਲਈਏ। ਕਿ ਹਰ ਇੱਕ ਵਿਦਿਆਰਥੀ ਜੋ ਆਪਣਾ ਰਿਵੀਜ਼ਨ ਨਹੀਂ ਕਰਦਾ, ਜਿਵੇਂ ਕਿ ਹੁਣ ਅੱਜ ਕੱਲ੍ਹ ਪੇਪਰ ਚੱਲ ਰਹੇ ਨੇ, ਤਾਂ ਹਰ ਇੱਕ ਵਿਦਿਆਰਥੀ ਦਿਨ ਰਾਤ ਰਿਵੀਜ਼ਨ 'ਤੇ ਲੱਗਾ ਹੋਇਆ ਕਿ ਜੋ ਮੈਂ ਸਾਰਾ ਸਾਲ ਪੜ੍ਹਿਆ ਮੈਂ ਉਹਨੂੰ ਇੱਕ ਵਾਰੀ ਰਿਪੀਟ ਕਰ ਲਈ ਆਪਾਂ। ਕੀ ਗੱਲ ਸੱਚੀ ਹੈ ਕਿ ਝੂਠੀ ਹੈ? ਸੱਚੀ ਹੈ ਨਾ ਗੱਲ। ਅਤੇ ਸਾਡਾ ਵੀ ਤਾਂ ਐਗਜ਼ਾਮ ਹੀ ਚੱਲਦਾ ਪਿਆ ਕਿ ਨਹੀਂ ਚੱਲਦਾ ਪਿਆ? ਜਦ ਤੱਕ ਜ਼ਿੰਦਾ ਆਪਾਂ, ਸਾਡੇ ਸਾਹ ਚੱਲਦੇ ਨੇ, ਉਦੋਂ ਤੱਕ ਤਾਂ ਸਾਡਾ ਵੀ ਐਗਜ਼ਾਮ ਚੱਲਦਾ ਪਿਆ। ਅਸੀਂ ਰੋਜ਼ ਪੜ੍ਹਦੇ ਹਾਂ ਬਾਈਬਲ, ਫਿਰ ਇਹਨੂੰ ਪ੍ਰੈਕਟੀਕਲੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਰਾ ਦਿਨ, ਫਿਰ ਅਸੀਂ ਰਿਵੀਜ਼ਨ ਵੀ ਕਰਦੇ ਹਾਂ ਕਿ ਅਸੀਂ ਜੋ ਕੀਤਾ ਉਹ ਠੀਕ ਹੈ, ਵਚਨ ਦੇ ਅਨੁਸਾਰ ਹੈ ਜਾਂ ਨਹੀਂ ਹੈ। ਤੋ ਇਸ ਲਈ ਪੌਲਸ ਸਾਨੂੰ ਕਹਿੰਦਾ ਕਿ 2 ਕੁਰਿੰਥੀਆਂ ਅਧਿਆਇ 13:5 ਵਿੱਚ ਕਿ ਅਸੀਂ ਆਪਣੇ ਵਿਸ਼ਵਾਸ ਨੂੰ ਪਰਖੀਏ। ਅਸੀਂ ਆਪਣੇ ਵਿਸ਼ਵਾਸ ਨੂੰ ਪਰਖੀਏ ਕਿ ਅਸੀਂ ਵਿਸ਼ਵਾਸ ਵਿੱਚ ਹੈ ਜਾਂ ਨਹੀਂ। ਹੁਣ ਭਾਈ ਗੱਲ ਇੱਥੇ ਮੁੱਕਦੀ ਹੈ ਕਿ ਸਾਨੂੰ ਹੁਣ ਪਰਖਣਾ ਜ਼ਰੂਰੀ ਹੈ ਜਾਂ ਨਹੀਂ। ਸਵਾਲ ਹੈ ਇੱਕ, ਤੁਹਾਡੇ ਸਾਰਿਆਂ ਦੇ ਅੱਗੇ ਇੱਕ ਸਵਾਲ ਮੈਂ ਰੱਖਦਾ ਹੈਗਾ ਕਿ ਅਸੀਂ ਆਪਣੇ ਵਿਸ਼ਵਾਸ ਨੂੰ ਪਰਖੀਏ ਜਾਂ ਨਹੀਂ। ਲੋੜ ਹੈ? ਕਿਉਂ ਲੋੜ ਹੈਗੀ ਸਾਨੂੰ? ਕਿਉਂ ਬੇਟਾ ਲੋੜ ਹੈ ਸਾਨੂੰ ਪਰਖਣ ਦੀ? ਜਿੰਨੀ ਲੋੜ ਸਾਨੂੰ ਰੋਟੀ ਖਾਣ ਦੀ ਹੈ ਨਾ, ਜ਼ਿੰਦਾ ਰਹਿਣ ਦੇ ਲਈ, ਜਿੰਨੀ ਲੋੜ ਸਾਨੂੰ ਪਾਣੀ ਪੀਣ ਦੀ ਲੋੜ ਹੈ ਆਪਣੀ ਪਿਆਸ ਬੁਝਾਉਣ ਦੇ ਲਈ, ਉਹ ਤੋਂ ਵੱਧ ਕਿਤੇ ਲੋੜ ਆਪਣੇ ਵਿਸ਼ਵਾਸ ਨੂੰ ਪਰਖਣ ਦੇ ਲਈ। ਕਿਉਂਕਿ ਅਸੀਂ ਰੋਟੀ ਤਾਂ ਸਿਰਫ ਦੇਹ ਨੂੰ ਜ਼ਿੰਦਾ ਰੱਖਣ ਲਈ ਖਾਂਦੇ ਹਾਂ ਨਾ, ਤਾਂ ਜਿਹੜਾ ਵਿਸ਼ਵਾਸ ਹੈ ਉਹਨੇ ਸਾਡੀ ਆਤਮਾ ਨੂੰ ਜ਼ਿੰਦਾ ਰੱਖਣਾ, ਅਨੰਤ ਜੀਵਨ ਦੇਣਾ ਸਾਨੂੰ ਉਹਨੇ, ਵਿਸ਼ਵਾਸ ਨੇ। ਅਤੇ ਕੀ ਵਿਸ਼ਵਾਸ ਨੂੰ ਪਰਖੀਏ ਨਾ? ਪਰ ਅਸੀਂ ਵਿਸ਼ਵਾਸ ਨੂੰ ਪਰਖਣਾ ਕਿਉਂ ਹੈ? ਕਿਉਂਕਿ ਜਿਵੇਂ ਅਸੀਂ, ਮੈਂ ਵਿਸ਼ਵਾਸੀ ਹੋ ਗਿਆ, ਮੈਂ ਆਪਣੇ ਉੱਤੇ ਗੱਲ ਕਰਾਂਗਾ, ਮੈਂ ਵਿਸ਼ਵਾਸੀ ਹਾਂ ਜੀ, ਮੈਂ ਮਸੀਹੀ ਹਾਂ, ਮੈਂ ਵਿਸ਼ਵਾਸ ਕਰਦਾ ਪ੍ਰਭੂ ਯਿਸੂ ਮਸੀਹ ਉੱਤੇ, ਉਹ ਜਲਦ ਆਉਣ ਵਾਲਾ ਜੀ, ਮੈਂ ਤਿਆਰੀ ਕਰ ਰਿਹਾ ਉਹਦੀ, ਐਨ ਫੁੱਲ ਤਿਆਰੀ ਚੱਲਦੀ ਪਈ ਹੈ। ਉਹ ਤਿਆਰੀ ਅਸੀਂ ਬਾਈਬਲ ਨੂੰ ਪੜ੍ਹ ਕੇ ਕਰਦੇ ਹਾਂ, ਕਿਸੇ ਦੀ ਸਿੱਖਿਆ ਨੂੰ ਸਿੱਖ ਕੇ ਨਹੀਂ ਕਰਦੇ ਕਿ ਮੈਨੂੰ ਕੋਈ ਸਿਖਾ ਰਿਹਾ ਜਾਂ ਮੇਰੇ ਕੋਲ ਕੋਈ ਸਿੱਖ ਰਿਹਾ ਜੀ ਪਰ ਤਿਆਰੀ ਹੋ ਰਹੀ ਹੈ। ਇਹ ਤਾਂ ਅਸੀਂ ਬੈਠ ਕੇ ਤਾਂ ਸਿਰਫ ਵਿਚਾਰ ਕਰਦੇ ਹਾਂ ਵਚਨ ਦੇ ਉੱਤੇ। ਜੋ ਕੋਈ ਵਚਨ ਦੀ ਨਹੀਂ ਸਮਝ ਆ ਅਸੀਂ ਪੁੱਛ ਲੈਂਦੇ ਹਾਂ, ਅਸੀਂ ਉਹਦੇ ਉੱਤੇ ਆਪਾਂ ਗੱਲ ਕਰਦੇ ਹਾਂ। ਅਤੇ ਜੇ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ ਤਾਂ ਬਾਈਬਲ ਨੂੰ ਪੜ੍ਹਦੇ ਪੜ੍ਹਦੇ ਪਰਮੇਸ਼ਰ ਦਾ ਵਚਨ ਸਾਡੇ ਨਾਲ ਗੱਲ ਕਰਦਾ ਕਿ ਨਹੀਂ ਕਰਦਾ? ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈਗਾ? ਸਾਨੂੰ ਸੁਣਨਾ ਪੈਂਦਾ, ਸਮਝਣਾ ਪੈਂਦਾ ਕਿ ਅੱਜ ਜੋ ਅਸੀਂ ਵਚਨ ਪੜ੍ਹਿਆ ਉਸ ਵਚਨ ਦੇ ਵਿੱਚ ਕੀ ਆ ਗਿਆ। ਕਿ ਜਦੋਂ ਮਤੀ ਦੇ 22:14 'ਚ ਆਪਾਂ ਗੱਲ ਕੀਤੀ ਹੈ, ਵਿਚਾਰ ਆ ਗਏ ਸਾਡੇ ਮੂਹਰੇ, ਇੱਕ ਵਚਨ, ਇੱਕ ਆਇਤ ਆ ਗਈ ਸਾਡੇ ਮੂਹਰੇ ਕਿ ਬੁਲਾਏ ਹੋਏ ਤਾਂ ਬਹੁਤ ਹੈ ਪਰ ਚੁਣੇ ਹੋਏ ਥੋੜ੍ਹੇ ਆ। ਅਤੇ ਮੈਂ ਵਿਸ਼ਵਾਸੀ ਵਿਸ਼ਵਾਸ ਨਾਲ ਭਰਿਆ ਜਦੋਂ ਇਸ ਆਇਤ ਨੂੰ ਪੜ੍ਹਦਾ ਕਿ ਵਿਆਹ ਦੇ ਵਿੱਚ ਤਾਂ ਸਾਰੇ ਲਏ ਹੋਏ ਅਸੀਂ, ਆਪਾਂ ਨੋਰਮਲ ਗੱਲ ਕਰਦੇ ਹਾਂ, ਉੱਥੇ ਵਿਆਹ ਦੀ ਐਗਜ਼ਾਮਪਲ ਦਿੱਤੀ ਹੋਈ ਹੈ, ਇਹੀ ਚਰਚਾ ਹੋ ਰਹੀ ਸੀ ਨਾ ਸਾਡੇ ਵਿੱਚ, ਤਾਂ ਅਸੀਂ ਉਸੇ ਵਚਨ ਨੂੰ ਲੈ ਕੇ ਅੱਜ ਹੁਣ ਪ੍ਰਚਾਰ ਕਰਨ ਲੱਗੇ ਹਾਂ। ਜਿਵੇਂ ਅਸੀਂ ਵੀ ਆਪਣੇ ਘਰ ਦੇ ਵਿੱਚ ਜਦੋਂ ਵਿਆਹ ਰੱਖਿਆ ਹੁੰਦਾ, ਜੋ ਮੁੰਡੇ ਦਾ ਵਿਆਹ ਰੱਖਿਆ ਹੁੰਦਾ, ਆਪਾਂ ਰਿਐਲਿਟੀ 'ਚ ਗੱਲ ਕਰਦੇ ਹਾਂ, ਅਤੇ ਵਿਆਹ ਤੋਂ ਇੱਕ ਰਾਤ ਪਹਿਲਾਂ ਅਸੀਂ ਰੋਟੀ 'ਤੇ ਸੱਦਦੇ ਸਾਰਿਆਂ ਨੂੰ, ਐਵੇਂ ਹੁੰਦਾ ਨਾ ਕਿ ਨਹੀਂ ਸੱਦਦੇ? ਆਪਣੇ ਯਾਰ ਦੋਸਤ ਸਾਰੇ ਹੀ, ਆਪਣੇ ਆਂਢ ਗੁਆਂਢ ਭਾਈਚਾਰਾ ਸਾਰਾ ਹੀ, ਆਪਣੇ ਸਾਰੇ ਰਿਸ਼ਤੇਦਾਰ, ਘੱਟੋ ਘੱਟ 200-300 ਰੋਟੀ, ਆਪਣੀ ਗਰੀਬੀ ਦਾਬ ਦੀ ਆਪਾਂ ਗੱਲ ਕਰ ਲਈਏ, 200-300-400 ਰੋਟੀ ਦੀ ਲੋਕਾਂ ਦਾ ਪ੍ਰਬੰਧ ਕੀਤਾ ਹੁੰਦਾ।
ਤੇ ਵਿਆਹ ਦਾ ਸੱਦਿਆ ਹੁੰਦਾ ਜੀ, ਡੀਜ਼ੇ ਲਾਏ ਹੁੰਦੇ, ਭੰਗੜਾ ਚੱਲਦਾ ਹੁੰਦਾ, ਸਾਰਾ ਕੁਛ ਨਾ A to Z। ਪਰ ਮੁੱਕਦੀ ਗੱਲ ਇੱਥੇ ਹੈ ਕਿ ਦੂਏ ਦਿਨ ਬਰਾਤੀ ਕਿੰਨੇ ਜਾਣੇ ਆ? ਥੋੜੇ। ਸੱਦ ਤਾਂ ਅਸੀਂ ਰੋਟੀ ਤੇ 300 ਬੰਦਾ ਲਿਆ ਜੀ, 300 ਬੰਦੇ ਹਲਵਾਈ ਨੂੰ ਕਹਤਾ 300 ਬੰਦੇ ਦੀ ਰੋਟੀ ਬਣਾ ਲਓ ਜੀ, 300 ਬੰਦਾ ਇਕੱਠਾ ਕਰਨਾ ਜੀ। ਦੂਏ ਦਿਨ ਬਰਾਤੀ 300 ਬੰਦਾ ਚੱਲ ਜਾਓ। ਖਾਸ ਜਾਓ। ਸਾਡੇ ਦੇ ਲਈ ਤਾਂ ਸਿਰਫ ਅਸੀਂ ਤਾਂ ਜੀ ਕੀ ਹੁੰਦਾ 50 60 70 ਬੰਦੇ ਲੈ ਕੇ ਜਾਣੇ ਜੀ, ਹੱਦ ਕਿਤੇ ਬਹੁਤ ਤਕੜਾ ਜੀ 100 ਬੰਦੇ ਲੈ ਕੇ ਜਾਣੇ ਆ, ਕਿਤੇ ਬਹੁਤਾ ਤਕੜਾ ਹੋ ਗਿਆ 150 ਬੰਦਾ ਲੈ ਕੇ ਜਾਣਾ। ਅਸੀਂ ਆਪਣੇ ਲੈਵਲ ਦੀ ਗੱਲ ਕਰ ਲਈਏ ਤਾਂ 300 ਬੰਦਾ ਰਾਤ ਨੂੰ ਸੱਦਿਆ ਹੁੰਦਾ, ਸਵੇਰੇ 100 ਬੰਦਾ ਮਸੀਹ ਪਾ ਲੈ ਕੇ ਜਾਣਾ ਹੁੰਦਾ। ਤਾਂ ਭਾਈ ਗੱਲ ਉੱਥੇ ਮੁੱਕਦੀ ਹੈ ਨਾ, ਬੁਲਾਏ ਤਾਂ ਅਸੀਂ ਬਹੁਤ ਹੈ, ਆ ਜਾਓ ਵੀ ਵਿਆਹ ਦਾ ਭੋਜ ਰੱਖਿਆ ਹੋਇਆ, ਪਰ ਬਰਾਤੀ ਥੋੜ੍ਹੇ ਹੀ ਜਾਣੇ ਨੇ, ਚੁਣੇ ਹੋਏ ਖਾਸ ਮਿੱਤਰ ਅਤੇ ਖਾਸ ਰਿਸ਼ਤੇਦਾਰੀਆਂ ਅਤੇ ਖਾਸ ਗਵਾਂਢੀ ਬਸ। ਔਰ ਸਾਡੀ ਨਿਗਾਹ ਵੀ ਉਹਨਾਂ 'ਤੇ ਰਹਿੰਦੀ ਹੈ ਭਾਈ ਸਾਰਿਆਂ ਨੇ ਕੱਪੜੇ ਚੱਜ ਦੇ ਪਾਏ ਹੈ ਕਿ ਨਹੀਂ ਪਾਏ ਹੈ। ਇਹ ਗੱਲ ਸੱਚੀ ਹੈ ਕਿ ਝੂਠੀ ਹੈ? ਸੱਚੀ। ਅਸੀਂ ਕਹਿੰਦੇ ਵੀ ਸਾਡਾ ਬਰਾਤੀ ਇੱਕ ਬੰਦਾ ਜਿਹੜਾ ਜਾਵੇ ਨਾ ਵਧੀਆ ਹੋਵੇ ਜੀ, ਵਧੀਆ ਕੱਪੜੇ ਪਾਏ ਹੋਣ, ਬੇਇੱਜ਼ਤੀ ਨਾ ਹੋਵੇ ਸਾਡੀ ਉੱਥੇ ਆ ਕੇ ਵਿਆਹ ਕੀ ਚੱਕ ਲਿਆਂਦੇ। ਗੱਲਾਂ ਸਹੀ ਹੈ ਝੂਠੀਆਂ? ਸਹੀ। ਉਹੀ ਗੱਲ ਲਿਖੀ ਹੋਈ ਹੈ ਬਾਈਬਲ ਦੇ ਵਿੱਚ, ਪ੍ਰੈਕਟੀਕਲੀ ਗੱਲ ਹੈ, ਪ੍ਰੈਕਟੀਕਲੀ ਉੱਥੇ ਉਹੀ ਲਿਖਿਆ ਹੋਇਆ ਕਿ ਜਿਸ ਵਿਅਕਤੀ ਨੇ ਵਿਆਹ ਦਾ ਲਿਬਾਸ ਨਹੀਂ ਸੀ ਪਾਇਆ ਉਹਨੂੰ ਕਹਿੰਦੇ ਚੱਕ ਕੇ ਇਹਨੂੰ ਸੁੱਟੋ ਨਰਕ ਦੇ ਵਿੱਚ, ਜਿੱਥੇ ਰੋਣਾ ਚਿੱਲਾਣਾ ਜੋ ਵੀ ਲਿਖਿਆ ਤੁਸੀਂ ਪੜ੍ਹ ਸਕਦੇ ਹੋ। ਅਤੇ ਭਾਈ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਪੜ੍ਹਦੇ ਹਾਂ ਬਾਈਬਲ ਦੇ ਵਿੱਚੋਂ ਤਾਂ ਫਿਰ ਅਸੀਂ ਅੰਧ ਵਿਸ਼ਵਾਸੀ ਕਿਉਂ ਬਣ ਜਾਂਦੇ ਹਾਂ ਆਪਾਂ? ਨਹੀਂ ਜਿੰਨੀ ਪੜ੍ਹ ਲਿਆ, ਪੜ੍ਹ ਕੇ ਚਲੇ ਗਏ ਅੱਗੇ, ਇੱਥੇ ਹੀ ਸਟੋਪ ਲੱਗ ਜਾਂਦਾ ਸਾਡਾ ਵੀ ਭਾਈ ਕਿ ਸਾਡੇ ਨਾਲ ਉਹ ਹਾਲ ਨਾ ਹੋ ਜਾਵੇ। ਮੈਂ ਉਹ ਲਿਬਾਸ ਪਾਇਆ ਕਿ ਨਹੀਂ ਪਾਇਆ? ਯੀਸ਼ੂ ਮਸੀਹ ਜੋ ਵੱਧ ਕੀਤਾ ਹੋਇਆ ਮੇਮਣਾ, ਉਹਦੇ ਲਹੂ ਦੇ ਨਾਲ ਮੇਰਾ ਲਿਬਾਸ ਸ਼ਵੇਤ ਚਿੱਟਾ ਹੋਇਆ ਕਿ ਨਹੀਂ ਹੋਇਆ? ਕਿਤੇ ਦਾਗ ਤਾਂ ਨਹੀਂ ਕੋਈ? ਕਿ ਮੈਂ ਤਾਂ ਯੀਸ਼ੂ ਮਸੀਹ ਦੇ ਬਲੀਦਾਨ ਨੂੰ, ਕਰੂਸ ਨੂੰ ਆਪਣੇ ਉੱਤੇ ਲੈ ਕੇ ਤੁਰਿਆ ਹੋਇਆ, ਕਿਤੇ ਹੋਰ ਹੀ ਦਾਗ ਤਾਂ ਨਹੀਂ ਸਾਡੇ ਉੱਤੇ ਲੱਗੇ ਹੋਏ ਕਿ ਸਾਨੂੰ ਨਜ਼ਰ ਹੀ ਨਾ ਆਉਣ? ਇਸ ਲਈ ਅਸੀਂ ਸਭਾ ਕਰਦੇ ਹਾਂ, ਇਸ ਲਈ ਅਸੀਂ ਮੀਟਿੰਗ ਕਰਦੇ ਹਾਂ, ਸੰਗਤੀ ਕਰਦੇ ਹਾਂ, ਤਾਂ ਜੋ ਕਿ ਅਸੀਂ ਇੱਕ ਦੂਜੇ ਨੂੰ ਜਾਂਚੀਏ ਕਿ ਠੀਕ ਹੈ ਝੂਠ ਹੈ। ਜਿੱਥੇ ਜਿੱਥੇ ਉਹ ਕਮੀ ਰਹਿੰਦੀ ਹੈ ਉਹ ਕਮੀ ਅਸੀਂ ਡਿਸਕਸ ਕਰੀਏ ਆਪਸ ਦੇ ਵਿੱਚ, ਉਹਨਾਂ ਕਮੀਆਂ ਨੂੰ ਵਚਨ ਦੁਆਰਾ ਆਪਾਂ ਦੂਰ ਕਰਨ ਦੀ ਕੋਸ਼ਿਸ਼ ਕਰੀਏ। ਇਸੇ ਲਈ ਹੀ ਅਸੀਂ ਸੰਗਤੀਆਂ ਕਰਦੇ ਹਾਂ, ਇਸ ਲਈ ਹੀ ਅਸੀਂ ਪ੍ਰਚਾਰ ਕਰਦੇ ਹਾਂ। ਮੈਂ ਕੋਈ ਬਾਈਬਲ ਟੀਚਰ ਨਹੀਂ ਤੁਹਾਨੂੰ ਬਾਈਬਲ ਸਿਖਾ ਰਿਹਾ ਵੀ ਹਾਂਜੀ ਆ ਬਾਈਬਲ ਦੀ ਆਹ ਆਇਤ ਦਾ ਇਹ ਮਤਲਬ ਆ ਜਾਂ ਇਸ ਆਇਤ ਦਾ ਇਹ ਮਤਲਬ ਆ। ਮੇਰਾ ਕੰਮ ਨਹੀਂ ਹੈ, ਮੈਂ ਐਮ ਨੋਟ ਟੀਚਰ, ਮੈਂ ਟੀਚਰ ਨਹੀਂ ਹਾਂ। ਮੈਂ ਆਪਾਂ ਸਧਾਰਨ ਬੈਠ ਕੇ ਸਿਰਫ ਗੱਲਬਾਤ ਕਰਦੇ ਹਾਂ। ਜੇ ਅਸੀਂ ਇਹਦੀ ਸਪੋਰਟ ਵਿੱਚ ਹੋਰ ਵਚਨ ਆਪਾਂ ਦੇਖੀਏ ਤਾਂ ਬੜਾ ਸੋਹਣਾ ਲਿਖਿਆ ਹੋਇਆ ਜੀ, ਲੂਕਾ 13 ਅਧਿਆਇ ਦੀ 23 ਔਰ 24 ਆਇਤ 'ਚ ਅਸੀਂ ਪੜ੍ਹਦੇ ਹਾਂ। ਅਸੀਂ ਮਤੀ 22 ਦੀ 14 ਪੜ੍ਹ ਕੇ ਹਟੇ ਹਾਂ, ਹੁਣ ਲੂਕਾ 13 ਦੀ 23 24 'ਚ पढ़ लेते हैं कि और किसी ने उससे पूछा, हे प्रभु क्या उधार पाने वाले थोड़े हैं? सवाल खड़ा हो गया इत्थे। ਅਸੀਂ ਸਾਰੇ ਵਿਸ਼ਵਾਸੀ, ਪਰ ਇੱਥੇ ਲਿਖਿਆ ਉਧਾਰ ਪਾਉਣ ਵਾਲੇ ਥੋੜ੍ਹੇ ਹੈ, ਘੱਟ ਹੈ। ਉਹੀ ਬਰਾਤੀ ਜਿਹੜੇ ਜਾਣੇ ਨਾ ਥੋੜ੍ਹੇ ਹੈ, ਸਾਦੇ ਤਾਂ ਆਪਾਂ ਸਾਰੇ ਲਏ ਹੋਏ ਆ। तो उनसे उसने कहा, संकेत द्वार से प्रवेश करने का यत्न करो, क्योंकि मैं तुमसे कहता हूँ कि बहुत से प्रवेश करना चाहेंगे और ना कर सकेंगे। वचन 'ਚ लिखा होया पर ਅਸੀਂ विश्वास नहीं करते कि लिखा होया है, और विश्वास वो नहीं करता जो बाइबल पढ़ता ही नहीं है। ठीक है, तो इत्थे बड़ा साफ लिखा प्रभु ने कि बहुते लोग हैगे आ जो उस संकेत मतलब उस भीड़े दरवाजे उस तंग रस्ते ਵਿੱਚ प्रवेश नहीं करना चाहते, नहीं कर सकते। तंग है ਉਹ ਰਸਤਾ ਜਿਹੜਾ स्वर्ग ਨੂੰ ਜਾਂਦਾ, ਜਿਹੜਾ ਪਰਮੇਸ਼ਵਰ ਵੱਲ ਨੂੰ ਜਾਂਦਾ। ਠੀਕ ਹੈ, ਜੇ ਅਸੀਂ ਰੋਮੀਓ ਦੀ ਖੱਤ ਵਿੱਚ ਪੜ੍ਹੀਏ ਤਾਂ ਰੋਮੀਓ ਦੇ 9:27 ਦੇ ਵਿੱਚ ਵੀ ਬੜਾ ਸੋਹਣਾ ਲਿਖਿਆ ਹੋਇਆ ਪੌਲਸ ਨੇ, ਜਦੋਂ ਯਸ਼ਾਇਆ ਦੀ ਲਿਖਤ ਨੂੰ ਪੜ੍ਹਦਾ ਹੋਇਆ कि चाहे इज़राइल की संतानों की गिनती समुंदर के रेत के बराबर हो जाए। ਜਿਹੜੀ ਆਸ਼ੀਸ਼ ਦਿੱਤੀ ਸੀ ਨਾ ਇਜ਼ਰਾइल ਕੌਮ ਨੂੰ ਪਰਮੇਸ਼ਵਰ ਨੇ, ਪੌਲਸ ਉਸ ਗੱਲ ਨੂੰ ਲਿਖਦਾ ਯਸ਼ਾਇਆ ਦੀ ਗੱਲ ਨੂੰ ਕਿ ਚਾਹੇ ਰੇਤ ਸਮੁੰਦਰ ਦੀ ਰੇਤ ਦੇ ਬਰਾਬਰ ਵੀ ਇਜ਼ਰਾइल क्यों ना हो जान तो भी उनमें से थोड़े ही बचेंगे। और ਅਸੀਂ ਲੂਕਾ ਦੇ 18 ਅਧਿਆਇ ਦੀ 23-25 ਔਰ ਮਤੀ ਦੇ 19 ਅਧਿਆਇ 23-24 ਦੇ ਵਿੱਚ ਆਪਾਂ ਜੋ ਗੱਲ ਕਰਦੇ ਹਾਂ ਤਾਂ ਉੱਥੇ ਤਾਂ ਐਗਜ਼ਾਮਪਲ ਦਿੱਤੀ ਹੋਈ ਹੈ ਕਿ ਧਨਵਾਨ ਦੀ, ਕਿ ਧਨਵਾਨ ਦਾ ਜਿਹੜਾ ਅਮੀਰ ਵਿਅਕਤੀ ਹੈ ਜਿਹਦੇ ਕੋਲ ਧਨ ਦੌਲਤ ਹੈ, ਜਿਵੇਂ ਕਿ ਸਾਡੇ ਮਸੀਹ ਵਿੱਚ ਆਉਣ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਧਨੀ ਹੋ ਗਏ ਨੇ,
ਪਰਮੇਸ਼ਰ ਦੀ ਮਹਾਨ ਕਿਰਪਾ, ਧੰਨਵਾਦ ਕਰਦੇ ਹਾਂ ਪਰਮੇਸ਼ਰ ਦਾ ਕਿ ਪਰਮੇਸ਼ਰ ਨੇ ਉਹਨਾਂ ਨੂੰ ਅਮੀਰ ਕੀਤਾ, ਧੰਨਵਾਨ ਕੀਤਾ ਔਰ ਉਹਨਾਂ ਦੀਆਂ ਸਾਰੀਆਂ ਆਸਾਂ ਮੁਰਾਦਾਂ ਨੂੰ ਪੂਰਾ ਕੀਤਾ। ਇਹ ਪਰਮੇਸ਼ਰ ਹੀ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਪਰ ਉਹ ਵਚਨ ਕੀ ਕਹਿੰਦਾ ਕਿ ਧੰਨਵਾਨ ਦਾ ਜਿਹੜਾ ਸਵਰਗ 'ਚ ਪ੍ਰਵੇਸ਼ ਕਰਨਾ ਔਖਾ ਬਈ, ਵੀ ਮੈਂ ਵੱਡੇ ਊਂਠ ਨੂੰ ਤਾਂ ਮੈਂ ਸੂਈ ਦੇ ਨੱਕੇ 'ਚ ਭਰੋ ਦਾਂਗਾ ਮੈਂ, ਪਰ ਧੰਨਵਾਨ ਦਾ ਉਸ ਰਾਹ ਉੱਤੇ ਚੱਲਣਾ, ਉਸ ਸੰਕੇਤ ਦੁਆਰ 'ਚ, ਉਸ ਭੀੜੇ ਫਾਟਕ 'ਚ ਪ੍ਰਵੇਸ਼ ਕਰਨਾ ਔਖਾ। ਹਾਲਾਂਕਿ ਜਿਹੜਾ ਫਾਟਕ ਹੋਣਾ ਸੂਈ ਦੇ ਨੱਕੇ ਜਿੰਨਾ ਨਹੀਂ ਹੋਣਾ, ਥੋੜ੍ਹਾ ਵੱਡਾ ਹੀ ਹੋਏਗਾ ਨਾ। ਫਾਟਕ ਸਾਡਾ ਤਾਂ ਜਿਹੜਾ ਦਰਵਾਜ਼ਾ ਹੁੰਦਾ 6-7 ਫੁੱਟ ਦਾ ਹੁੰਦਾ ਨਾ, ਉਹ ਹੋ ਸਕਦਾ ਕਿ 2-3 ਫੁੱਟ ਦਾ ਹੀ ਹੋਵੇ, ਕਹਿ ਨਹੀਂ ਸਕਦੇ ਆਪਾਂ। ਚਲੋ ਆਪਾਂ ਨੋਰਮਲ ਗੱਲ ਕਰਦੇ ਹਾਂ ਆਪਾਂ। ਤੋ ਜਦੋਂ ਅਸੀਂ ਇਹਨਾਂ ਆਇਤਾਂ ਨੂੰ ਅਸੀਂ ਬਾਈਬਲ ਵਿੱਚ ਪੜ੍ਹ ਲੈਂਦੇ ਹਾਂ, ਜਾਂਚ ਲੈਂਦੇ ਹਾਂ, ਤਾਂ ਫਿਰ ਸਵਾਲ ਸਾਡੇ ਅੱਗੇ ਖੜ੍ਹੇ ਹੋ ਜਾਂਦੇ ਆ ਕਿ ਅਸੀਂ ਆਪਣੇ ਆਪ ਨੂੰ ਜਾਂਚੀਏ ਕਿ ਨਾ, ਆਪਣੇ ਆਪ ਨੂੰ ਪਰਖੀਏ ਕਿ ਨਾ, ਆਪਣੇ ਵਿਸ਼ਵਾਸ ਨੂੰ ਪਰਖੀਏ ਕਿ ਨਾ ਪਰਖੀਏ, ਕਿਤੇ ਅੰਧ ਵਿਸ਼ਵਾਸੀ ਬਣ ਕੇ ਕਿਤੇ ਨਰਕ ਵਿੱਚ ਨਾ ਚਲੇ ਜਾਈਏ। ਔਰ ਅੰਧ ਵਿਸ਼ਵਾਸੀ ਅਸੀਂ ਕਿਸ ਤਰ੍ਹਾਂ ਬਣ ਜਾਂਦੇ ਆਪਣੇ ਆਪ ਨੂੰ ਕਿ ਅਸੀਂ ਕਰ ਲੈਂਦੇ ਕਿ ਅਸੀਂ ਤਾਂ ਯਿਸੂ ਮਸੀਹ ਨੂੰ ਹੁਣ ਮੰਨਦੇ ਹਾਂ ਜੀ, ਮੈਂ ਯਿਸੂ ਮਸੀਹ ਨੂੰ ਮੰਨਦਾ। ਭਾਈ ਯਿਸੂ ਮਸੀਹ ਨੂੰ ਮੰਨਣਾ ਇੱਕ ਗੱਲ ਵੱਖਰੀ ਹੁੰਦਾ, ਯਿਸੂ ਮਸੀਹ ਦੀਆਂ ਨੂੰ ਮੰਨਣਾ। ਯਿਸੂ ਮਸੀਹ ਨੂੰ ਮੰਨਣਾ ਮੈਂ ਮੰਨਦਾ, ਯਿਸੂ ਮਸੀਹ ਦੀਆਂ ਗੱਲਾਂ ਨੂੰ ਮੰਨਣਾ ਉਹ ਗੱਲ ਵੱਖਰੀ ਹੈ। ਅਤੇ ਯਿਸੂ ਮਸੀਹ ਦੀਆਂ ਗੱਲਾਂ ਨੂੰ ਮੰਨਦੇ ਹਾਂ ਆਪਾਂ, ਤਾਂ ਫਿਰ ਅਸੀਂ ਕਹਿ ਸਕਦੇ ਹਾਂ ਭਾਈ ਯਿਸੂ ਮਸੀਹ ਨੂੰ ਮੰਨਦੇ ਹਾਂ। ਪਰ ਮੈਂ ਯਿਸੂ ਮਸੀਹ ਨੂੰ ਮੰਨਦਾ, ਲੋਕਾਂ 'ਚ ਦਿਖਾਤਾ ਜੀ ਕਿ ਮੈਂ ਮਸੀਹੀ ਹਾਂ, ਪਰ ਗੱਲ ਉਹਦੀ ਮੈਂ ਕੋਈ ਵੀ ਨਹੀਂ ਮੰਨਦਾ, ਤਾਂ ਵੀ ਝੂਠਾ ਹੋ ਗਿਆ ਨਾ ਮੈਂ। ਅਸੀਂ ਉਪਦੇਸ਼ ਕਰਨ ਵਾਲੇ ਜ਼ਿਆਦਾ ਝੂਠੇ ਹੋਵਾਂਗੇ ਕਿ ਜਿਸ ਗੱਲ ਦਾ ਅਸੀਂ ਉਪਦੇਸ਼ ਕਰਦੇ ਹਾਂ, ਅਗਰ ਆਪਾਂ ਉਹਦੇ 'ਤੇ ਖਰੇ ਨਹੀਂ ਉਤਰਦੇ ਆਪਾਂ, ਤਾਂ ਅਸੀਂ ਜ਼ਿਆਦਾ ਝੂਠੇ ਹਾਂ। ਡੰਡ ਦੀ ਆਗਿਆ ਸਾਡੇ ਤੋਂ ਹੀ ਸ਼ੁਰੂ ਹੋਣੀ ਪਹਿਲਾਂ। ਤੋ ਯਿਸੂ ਮਸੀਹ ਦੀਆਂ ਗੱਲਾਂ ਨੂੰ ਮੰਨਣਾ, ਔਰ ਇਹ ਯਿਸੂ ਮਸੀਹ ਦੀਆਂ ਹੀ ਗੱਲਾਂ ਲਿਖੀਆਂ ਹੋਈਆਂ ਕਿ ਬੜੇ ਥੋੜ੍ਹੇ ਨੇ ਜਿਹੜੇ ਚੁਣੇ ਹੋਏ ਲੋਕ ਨੇ। ਇਸ ਲਈ ਪੌਲਸ ਇਸ ਗੱਲ 'ਤੇ ਜ਼ੋਰ ਦਿੰਦਾ ਕਿ ਭਾਈ ਆਪਣੇ ਵਿਸ਼ਵਾਸ ਨੂੰ ਪਰਖ ਲਓ ਕਿ ਸਾਡਾ ਜਿਹੜਾ ਵਿਸ਼ਵਾਸ ਹੈ ਉਹ ਯਿਸੂ ਮਸੀਹ ਦੇ ਵਚਨ ਦੇ ਅਨੁਸਾਰ ਮੇਲ ਖਾਂਦਾ ਵੀ ਹੈ ਕਿ ਨਹੀਂ। ਕਿ ਯਿਸੂ ਮਸੀਹ 'ਤੇ ਹੀ ਵਿਸ਼ਵਾਸ ਕਰ ਲਿਆ ਵੀ ਯਿਸੂ ਮਸੀਹ ਹੈ, ਜੀ ਉੱਠੇ ਹੈ, ਜਲਦ ਆਉਣ ਵਾਲੇ ਹੈ ਔਰ ਮੈਂ ਸਵਰਗ ਜਾਣ ਵਾਲਾ, ਔਰ ਇਸ ਤੋਂ ਇਲਾਵਾ ਹੋਰ ਕੁਛ ਸਾਨੂੰ ਕਿਸੇ ਗੱਲ ਦੀ ਲੋੜ ਹੀ ਨਹੀਂ ਹੈ। ਇੱਥੇ ਅਸੀਂ ਧੋਖਾ ਖਾਂਦੇ ਹਾਂ। ਫਿਰ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਦਾ ਕਿ ਪਹਿਲਾ ਪੌੜਾ, ਇੱਕ ਪਹਿਲਾ ਪੌੜੀ ਹੈ, ਪਹਿਲਾ ਸਟੈਪ ਹੈ, ਇੱਕ ਸਵਰਗ ਦੀ ਜਿਹੜੀ ਸੀੜੀ ਹੈ ਨਾ, ਉਹ 'ਤੇ ਚੜ੍ਹਨ ਦਾ ਪਹਿਲਾ ਸਟੈਪ ਹੈ ਵਿਸ਼ਵਾਸ ਕਰਨਾ। ਫਿਰ ਆਪਣੇ ਵਿਸ਼ਵਾਸ ਨੂੰ ਅਸੀਂ ਸਿੱਧ ਵੀ ਕਰਨਾ ਕਿ ਨਹੀਂ ਕਰਨਾ। ਜਿਹੜੇ ਤਾਂ ਨਹੀਂ ਕਰਨਾ ਚਾਹੁੰਦੇ ਆ, ਠੀਕ ਹੈ, ਓਕੇ, ਤੁਹਾਡਾ ਵਿਸ਼ਵਾਸ ਜਿਵੇਂ ਤੁਹਾਡਾ ਵਿਸ਼ਵਾਸ ਤੁਹਾਡਾ ਹੁੰਦਾ ਹੀ ਹੋ, ਪਰ ਮੈਂ ਵਿਸ਼ਵਾਸ ਕਰਦਾ ਅਤੇ ਮੇਰਾ ਫਰਜ਼ ਬਣਦਾ ਕਿ ਮੈਂ ਆਪਣੇ ਵਿਸ਼ਵਾਸ ਨੂੰ ਆਪਣੇ ਕੰਮਾਂ ਦੇ ਦੁਆਰਾ ਪ੍ਰਗਟ ਕਰਾਂ ਕਿ ਮੈਂ ਉਸ ਸਟੈਪ ਉੱਤੇ ਜਾ ਰਿਹਾ ਜਾਂ ਨਹੀਂ ਜਾ ਰਿਹਾ। ਕਿਉਂਕਿ ਜਿਹੜੇ ਸਰੀਰਿਕ ਲੋਕ ਨੇ ਉਹ ਸੋਚਦੇ ਨੇ ਕਿ ਅਸੀਂ ਯਿਸੂ ਮਸੀਹ ਨੂੰ ਗ੍ਰਹਿਣ ਕਰ ਲਿਆ, ਸਾਡੇ ਕਾਰਜ ਸਿੱਧੇ ਹੋ ਗਏ, ਸਾਡੇ ਕੰਮ ਸਿੱਧੇ ਹੋ ਗਏ, ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਵਧੀਆ ਕੰਮ ਪ੍ਰਭੂ ਨੇ ਕਰ ਦਿੱਤੇ ਹੈ ਅਤੇ ਭਈ ਸਾਡੇ ਉੱਤੇ ਸਟੈਂਪ ਲੱਗ ਗਈ ਹੈ। ਪਰ ਬਾਈਬਲ ਇਸ ਗੱਲ ਦੀ ਗਵਾਹੀ ਨਹੀਂ ਭਰਦੀ। ਤਾਂ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਵਰ ਆਪਣੇ ਵਚਨ ਦੇ ਦੁਆਰਾ, ਇਹ ਗੱਲ ਮੈਂ ਤਾਂ ਕਰਦਾ ਕਿਉਂਕਿ ਸਾਡੇ ਜਿਹੜੇ ਵਿਸ਼ਵਾਸ ਹੈ, ਵਿਸ਼ਵਾਸ ਵੀ ਦੋ ਤਰ੍ਹਾਂ ਦੇ ਹੈ। ਅਸੀਂ ਸਾਰੇ ਵਿਸ਼ਵਾਸੀ, ਪਰ ਵਿਸ਼ਵਾਸ ਦੋ ਤਰ੍ਹਾਂ ਦੇ ਹੈ, ਦੋ ਕੈਟਾਗਰੀਜ਼ ਨੇ ਵਿਸ਼ਵਾਸ ਦੀਆਂ ਨੇ। ਜਿਵੇਂ ਕਿ ਆਪਾਂ ਦੇਖੋ ਦੋ ਚੀਜ਼ਾਂ ਹਮੇਸ਼ਾ ਚੱਲਦੀਆਂ, ਪਰਮੇਸ਼ਵਰ ਹੈ ਅਤੇ ਸ਼ੈਤਾਨ ਵੀ ਹੈ, ਦਿਨ ਹੈ ਅਤੇ ਰਾਤ ਵੀ ਹੈ, ਸੱਚ ਹੈ ਅਤੇ ਝੂਠ ਵੀ ਹੈ, ਗਰਮ ਹੈ ਅਤੇ ਠੰਡਾ ਵੀ ਹੈ, ਠੀਕ ਹੈ ਜੀ। ਦੁਨੀਆ ਦੇ ਵਿੱਚ ਆਸਤਿਕ ਵੀ ਹੈ ਅਤੇ ਨਾਸਤਿਕ ਵੀ ਹੈ, ਰੱਬ ਨੂੰ ਮੰਨਣ ਵਾਲੇ ਵੀ ਹੈ ਅਤੇ ਰੱਬ ਨੂੰ ਨਹੀਂ ਮੰਨਣ ਵਾਲੇ ਵੀ ਹੈ। ਜਿਹੜੇ ਰੱਬ ਨੂੰ ਮੰਨਣ ਵਾਲੇ ਆ ਉਹ 'ਚ ਵੀ ਦੋ ਕੈਟਾਗਰੀਆਂ ਨੇ, ਇੱਕ ਸੱਚੇ ਪਰਮੇਸ਼ਰ ਨੂੰ ਮੰਨਦੇ ਪਏ ਆ, ਇੱਕ ਸੰਸਾਰ ਦੇ ਪਰਮੇਸ਼ਰ ਨੂੰ ਮੰਨਣ ਵਾਲੇ ਨੇ, ਦੋ ਕੈਟਾਗਰੀਆਂ। ਹੁਣ ਜੇ ਸੱਚੇ ਪਰਮੇਸ਼ਰ ਨੂੰ ਮੰਨਣ ਵਾਲੇ ਆ ਉਹਦੀ ਵੀ ਦੋ ਕੈਟਾਗਰੀਆਂ। ਉਹ ਪੁੱਛੋ ਕਿਵੇਂ ਦੋ ਕੈਟਾਗਰੀਆਂ? ਇੱਕ ਸੱਚੇ ਪਰਮੇਸ਼ਰ ਨੂੰ ਆਪਣੀ ਲੋੜਾਂ ਲਈ ਮੰਨਦਾ ਅਤੇ ਇੱਕ ਸੱਚੇ ਪਰਮੇਸ਼ਰ ਨੂੰ ਆਪਣੇ ਪ੍ਰੇਮ ਦੇ ਲਈ ਮੰਨਦਾ। ਅਤੇ ਵਿਸ਼ਵਾਸ ਵੀ ਦੋ ਤਰ੍ਹਾਂ ਦਾ ਹੀ ਹੈ। ਹੁਣ ਵਚਨ 'ਚ ਲਿਖਿਆ ਹੋਇਆ ਕਿ ਪਰਮੇਸ਼ਵਰ ਕਹਿੰਦਾ ਕਿ ਮੈਂ ਜਾਣਦਾ ਕਿ ਤੈਨੂੰ ਕਿਸ ਚੀਜ਼ ਦੀ ਲੋੜ ਹੈ, ਤੇਰੀ ਪ੍ਰਾਰਥਨਾ ਨੂੰ ਮੈਂ ਪਹਿਲਾਂ ਹੀ ਜਾਣਦਾ, ਮੈਂ ਤੇਰੇ ਮਨਾਂ ਦੀ ਗੱਲਾਂ ਨੂੰ ਮੈਂ ਪਹਿਲਾਂ ਹੀ ਜਾਣਦਾ ਔਰ ਮੈਂ ਤੈਨੂੰ ਦੇਵਾਂਗਾ। ਇੱਕ ਵਿਸ਼ਵਾਸ ਵਾਲਾ ਵਚਨ ਇਹ ਹੋ ਗਿਆ। ਦੂਜਾ ਵਿਸ਼ਵਾਸ ਵਾਲਾ ਵਚਨ ਇਹ ਹੈ ਕਿ ਤੂੰ ਮੰਗ, ਮੈਂ ਤੈਨੂੰ ਦੇਵਾਂਗਾ। ਹੁਣ ਸਾਡੇ ਅੱਗੇ ਦੋ ਵਿਸ਼ਵਾਸ ਵਾਲੇ ਵਚਨ ਆ ਗਏ ਆ।
ਹੁਣ ਇੱਕ ਕੈਟਾਗਰੀ ਵਾਲੇ ਲੋਕ ਇਸ ਵਿਸ਼ਵਾਸ ਉੱਤੇ ਚੱਲਦੇ ਨੇ ਕਿ ਅਸੀਂ ਵਿਸ਼ਵਾਸ ਨਾਲ ਪਰਮੇਸ਼ਰ ਕੋਲੋਂ ਮੰਗੀਏ ਤਾਂ ਸਾਨੂੰ ਮਿਲੇਗਾ, ਉਹ ਮੰਗਣ 'ਤੇ ਜ਼ੋਰ ਦਿੰਦੇ ਨੇ। ਉਹ ਮੰਗਣ 'ਤੇ ਹੀ ਟੀਚਿੰਗ ਦਿੰਦੇ ਆ, ਸਿੱਖਦੇ ਆ, ਸਿਖਾਉਂਦੇ ਆ। ਆਪਾਂ ਬਹੁਤਾ ਕਹਿਣਾ ਨਹੀਂ ਕਿਸੇ ਲਈ ਵੀ ਅਸੀਂ। ਅਤੇ ਇੱਕ ਕੈਟਾਗਰੀ ਉਹ ਹੈ ਜੋ ਪੂਰਨ ਵਿਸ਼ਵਾਸ ਕਰਦੀ ਹੈ ਕਿ ਜਿਹੜਾ ਪਰਮੇਸ਼ਵਰ ਹੈ ਉਹ ਪਕਸ਼ੀ ਨੂੰ ਵੀ ਦਿੰਦਾ, ਉਹਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਦਾ, ਜਾਨਵਰਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਦਾ, ਨਾ ਵੱਢਦੇ ਨਾ ਕੱਟਦੇ ਨਾ ਬੀਜ ਕੱਖ ਨਹੀਂ ਕਰਦੇ, ਤਾਂ ਪਰਮੇਸ਼ਵਰ ਸਾਡੀ ਵੀ ਲੋੜ ਆਪ ਹੀ ਪੂਰਾ ਕਰੇਗਾ। ਦੋ ਵਿਸ਼ਵਾਸ ਹੋ ਗਏ। ਹੁਣ ਦੋਵਾਂ 'ਚੋਂ ਸੱਚਾ ਵਿਸ਼ਵਾਸ ਕਿਹੜਾ ਅਤੇ ਝੂਠਾ ਕਿਹੜਾ, ਅਸੀਂ ਇਹ ਗੱਲ ਨਹੀਂ ਕਰਦੇ। ਨਾ ਅਸੀਂ ਕਿਸੇ ਇਹਨੂੰ ਸੱਚ ਕਹਿ ਰਹੇ ਹਾਂ ਨਾ ਉਹਨੂੰ ਝੂਠ ਕਹਿ ਰਹੇ, ਆਪਾਂ ਇਹ ਨਹੀਂ ਕਹਿ ਰਹੇ, ਪਰ ਬਾਈਬਲ 'ਚ ਲਿਖਿਆ ਹੋਇਆ। ਹੁਣ ਇਹ 'ਚ ਵੀ ਦੋ ਕੈਟਾਗਰੀ ਆ ਗਈਆਂ ਵਿਸ਼ਵਾਸ ਦੀਆਂ, ਕਿ ਅਸੀਂ ਮੰਨਦੇ ਕਿ ਸੱਚ ਹੈ ਕਿ ਝੂਠ ਹੈ ਨਾ, ਕਿ ਮੰਗੋ ਤੁਹਾਨੂੰ ਦਿੱਤਾ ਜਾਏਗਾ, ਔਰ ਅਸੀਂ ਵਿਸ਼ਵਾਸ ਨਾਲ ਮੰਗਦੇ ਹਾਂ। ਦੂਜੀ ਗੱਲ ਕੀ ਹੈ ਕਿ ਪਰਮੇਸ਼ਰ ਕਹਿੰਦਾ ਤੁਹਾਨੂੰ ਮੰਗਣ ਦੀ ਲੋੜ ਹੀ ਨਹੀਂ ਹੈ, ਮੈਂ ਜਾਣਦਾ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ, ਤੁਸੀਂ ਮੇਰੇ ਪਵਿੱਤਰ ਰਾਜ ਦੀ ਖੋਜ ਕਰੋ, ਬਸ ਤੁਹਾਡੀ ਲੋੜਾਂ ਥੋੜ੍ਹਾ ਆਪ ਹੀ ਪੂਰੀਆਂ ਹੋ ਜਾਣਗੀਆਂ ਇਸ ਧਰਤੀ ਉੱਤੇ। ਤਾਂ ਅਸੀਂ ਵਿਸ਼ਵਾਸ ਵਿੱਚ ਵੀ ਦੋ ਕੈਟਾਗਰੀ 'ਚ ਵੰਡੇ ਹੋਏ ਹਾਂ। ਇੱਕ ਹੋਰ ਵਿਸ਼ਵਾਸ ਦੀ ਤੁਹਾਨੂੰ ਉਦਾਹਰਨ ਦੇਵਾਂ ਕਿ ਜਦੋਂ ਅਸੀਂ ਕਿਸੇ ਨੂੰ ਕੋਈ ਬਲੈਸਿੰਗ ਮਿਲਦੀ ਹੈ, ਠੀਕ ਹੈ, ਮਤਲਬ ਮੈਨੂੰ ਬਲੈਸਿੰਗ ਮਿਲ ਗਈ, ਮੇਰਾ ਜ਼ਿੰਦਗੀ 'ਚ ਬੜਾ ਵੱਡਾ ਕੰਮ ਆਇਆ ਅਤੇ ਮੈਂ ਬਹੁਤ ਖੁਸ਼ ਹਾਂ, ਔਰ ਮੈਂ ਗਵਾਹੀ ਦੇ ਰਿਹਾ ਲੋਕਾਂ ਨੂੰ ਕਿ ਪ੍ਰਭੂ ਨੇ ਸਾਡੇ ਜੀਵਨ 'ਚ ਮਹਾਨ ਕੰਮ ਕੀਤਾ। ਹੁਣ ਮੇਰੇ ਵਰਗਾ ਇੱਕ ਦੂਸਰਾ ਵਿਅਕਤੀ ਹੈ, ਉਹਦਾ ਕੰਮ ਨਹੀਂ ਹੋ ਰਿਹਾ, ਉਹ ਗੱਲ ਕਰਦਾ ਜੀ ਮੇਰੇ ਨਾਲ ਗੱਲ ਕਰਦਾ ਕਿ ਮੰਨ ਲਓ ਕਿ ਮੈਂ ਉਹਨੂੰ ਉਪਦੇਸ਼ ਦਿੰਦਾ ਕਿ ਜੀ ਉਹ ਫਲਾਣੇ ਭਾਈ ਦਾ ਕੰਮ ਹੋ ਗਿਆ, ਮੇਰਾ ਕੰਮ ਨਹੀਂ ਹੋ ਰਿਹਾ, ਅਤੇ ਮੈਂ ਉਹਨੂੰ ਕੀ ਟੀਚਿੰਗ ਦੇਵਾਂਗਾ, ਭਾਈ ਤੇਰੇ ਵਿਸ਼ਵਾਸ ਵਿੱਚ ਕਮੀ ਹੈ, ਤੂੰ ਵਿਸ਼ਵਾਸ ਨਾ ਮੰਗ। ਉਹਨੇ ਵਿਸ਼ਵਾਸ ਨਾਲ ਮੰਗਣ ਨੂੰ ਮਿਲ ਗਿਆ ਵੀ ਭਾਈ ਮੈਂ ਤਾਂ ਵਿਸ਼ਵਾਸ ਨਹੀਂ ਮੰਗਦਾ, ਮੈਂ ਕੀ ਕਰਾਂ? ਨਹੀਂ, ਤੂੰ ਲਈ ਰੋਜ਼ਾ ਰੱਖ, ਪ੍ਰਾਰਥਨਾ ਕਰ 2 ਘੰਟੇ ਉਹਦੇ ਲਈ, 4 ਘੰਟੇ ਉਹਦੇ ਲਈ ਪ੍ਰਾਰਥਨਾ ਕਰ, ਆ ਵਚਨ ਨੂੰ ਲੈ ਕੇ ਪ੍ਰਾਰਥਨਾ ਕਰ, ਅਸੀਂ ਪ੍ਰਾਰਥਨਾ ਕਰਾਂਗੇ, ਤੂੰ ਮੰਗ, ਤੇ ਇਹਨਾਂ ਦਾ ਵਿਸ਼ਵਾਸ ਦੀ ਕਮੀ ਹੈ। ਹੁਣ ਇੱਥੇ ਵੀ ਦੋ ਕੈਟਾਗਰੀਆਂ ਹੋ ਗਈਆਂ ਮਸੀਹ ਦੇ ਵਿੱਚ, ਵਿਸ਼ਵਾਸੀਆਂ 'ਚ। ਇੱਕ ਕੈਟਾਗਰੀ ਉਹ ਜੋ ਬਲੈਸਿੰਗਾਂ ਨਾਲ ਭਰੀ ਹੋਈ ਹੈ, ਅਤੇ ਇੱਕ ਕੈਟਾਗਰੀ ਉਹ ਜਿਨ੍ਹਾਂ ਨੂੰ ਕੋਈ ਬਲੈਸਿੰਗ ਹੀ ਹੈ ਨਹੀਂ ਉਹਨਾਂ ਦੇ ਜੀਵਨ ਦੇ ਵਿੱਚ। ਉਹ ਦੋਨੋਂ ਵਿਸ਼ਵਾਸੀ ਹੈ। ਇੱਕ ਆਨੰਦ ਮਾਣ ਰਹੇ ਨੇ ਕਿ ਸਾਡੇ ਚਲੋ ਮਹਾਨ ਕੰਮ ਪਰਮੇਸ਼ਰ ਨੇ ਕੀਤੇ ਆ, ਅਤੇ ਇੱਕ ਵਿਚਾਰੇ ਠੀਕ ਹੈ ਵੀ ਸਾਡਾ ਕੰਮ ਹੀ ਕੋਈ ਨਹੀਂ ਹੋਇਆ ਜੀ। ਹੈਗੇ ਦੋਨੋਂ ਵਿਸ਼ਵਾਸੀ ਹੈ, ਅਤੇ ਪਰਮੇਸ਼ਰ ਕਿਸੇ ਨਾਲ ਭੇਦ ਨਹੀਂ ਕਰਦਾ। ਪਰਮੇਸ਼ਰ ਦੇ ਸਾਰੇ ਬਰਾਬਰ ਹੀ ਹੈ। ਪਰਮੇਸ਼ਰ ਕਿਸੇ ਨੂੰ ਨਾਪ ਕੇ ਨਹੀਂ ਦਿੰਦਾ, ਤੋਲ ਕੇ ਨਹੀਂ ਦਿੰਦਾ। ਜੇ ਵਿਸ਼ਵਾਸੀ ਹੈ ਤਾਂ ਪਰਮੇਸ਼ਰ ਸਾਰਿਆਂ ਨੂੰ ਇੱਕੋ ਜਿਹਾ ਹੀ ਆਤਮਾ ਦਿੰਦਾ, ਇੱਕੋ ਜਿਹੀ ਬਲੈਸਿੰਗਾਂ ਸਾਰੀਆਂ। ਅਤੇ ਹੁਣ ਅਸੀਂ ਬਾਈਬਲ ਦੇ ਵਿੱਚ ਪਰਖੀਏ। ਦੇਖੋ ਸਾਡਾ ਵਿਸ਼ਾ ਸੀ ਸਾਡਾ ਕਿ ਚੁਣੇ ਹੋਏ ਥੋੜ੍ਹੇ ਨੇ, ਸੰਕੇਤ ਦੁਆਰ 'ਚ ਵੜਨ ਵਾਲੇ ਥੋੜ੍ਹੇ ਨੇ, ਧਨਵਾਨ ਸਵਰਗ 'ਚ ਪ੍ਰਵੇਸ਼ ਨਹੀਂ ਕਰ ਸਕਦੇ। ਇਹੀ ਟੌਪਿਕ ਚੱਲਦਾ ਪਿਆ ਨਾ ਸਾਡਾ। ਤੋ ਜਿਨ੍ਹਾਂ ਨੂੰ ਬਲੈਸਿੰਗਾਂ ਮਿਲ ਚੁੱਕੀਆਂ ਨੇ ਉਹ ਵਿਸ਼ਵਾਸ ਨਾਲ ਭਰੇ, ਜਿਹਨੂੰ ਇਹ ਨਹੀਂ ਮਿਲੀਆਂ ਵਿਚਾਰੇ ਵਿਸ਼ਵਾਸ ਨਾਲ ਪ੍ਰਾਰਥਨਾ ਹੀ ਕਰੀ ਜਾਂਦੇ ਪਏ। ਸਹੀ ਗੱਲ ਹੈ ਨਾ। ਹੁਣ ਇੱਥੇ ਫਰਕ ਕੀ ਰਹਿ ਗਿਆ ਫਿਰ? ਫਰਕ ਹੀ ਉਹ ਵੀ ਵਿਸ਼ਵਾਸੀ, ਫਰਕ ਤਾਂ ਕੋਈ ਹੋਣਾ ਚਾਹੀਦਾ ਨਾ, ਕਿਸੇ ਨਾ ਕਿਸੇ ਗੱਲ ਦਾ ਫਰਕ ਤਾਂ ਹੋਣਾ ਚਾਹੀਦਾ। ਤਾਂ ਫਰਕ ਕੀ ਹੈ? ਫਰਕ ਅਸੀਂ ਆਪਣੀ ਸਮਝ ਜਾਂ ਮੈਂ ਆਪਣੀ ਅਕਲ ਜਾਂ ਮੈਂ ਆਪਣੀ ਬੁੱਧੀ ਨਾਲ ਮੈਂ ਕੋਈ ਗੱਲ ਨਹੀਂ ਕਹਿ ਸਕਦਾ। ਅਸੀਂ ਬਾਈਬਲ 'ਚ ਦੇਖ ਲੈਂਦੇ ਫਰਕ ਕੀ ਹੈ ਕਿ ਜਿਨ੍ਹਾਂ ਨੂੰ ਅੱਜ ਤੱਕ ਜੀਵਨ 'ਚ ਕੋਈ ਆਸ਼ੀਸ਼ਾਂ ਮਿਲੀਆਂ ਹੀ ਨਹੀਂ ਹੈ ਕੋਈ ਇੱਦਾਂ ਲੋਕ ਨਹੀਂ ਹੈਗੇ ਬੜੇ ਬਹੁਤ। ਕਿਉਂ ਪ੍ਰਭੂ ਨੇ ਕਿਹਾ ਸੀਗਾ ਕਿ हे परिश्रम करने वालों बोझ थले दबे लोगों मेरे को आओ तो मैं आराम देवांगा। ਮਿਹਨਤ ਮੁਸ਼ੱਕਤ ਕਰਨ ਵਾਲੇ, ਬੋਝ ਨਾਲ ਦੱਬੇ ਹੋਏ ਗਰੀਬ ਲੋਕ, ਕੰਗਾਲ ਲੋਕ, ਸਾਡੇ ਵਰਗੇ ਦਿਹਾੜੀਦਾਰ ਲੋਕ ਮੇਰੇ ਕੋਲ ਆਓ, ਕਿਉਂਕਿ ਸੰਸਾਰ ਦੇ ਬੋਝ 'ਤੇ ਤੁਸੀਂ ਦੱਬੇ ਹੋਏ ਹੈ, ਮੇਰੇ ਕੋਲ ਆਓ ਤੁਹਾਨੂੰ ਮੈਂ ਆਰਾਮ ਦੇਵਾਂਗਾ। ਅਤੇ ਜਿਨ੍ਹਾਂ ਨੂੰ ਅੱਜ ਤੱਕ ਕੱਖ ਨਹੀਂ ਮਿਲਿਆ ਨਾ ਮਸੀਹ ਦੇ ਵਿੱਚ, ਉਹਨਾਂ ਲਈ ਵਚਨ ਹੈ ਪਰਮੇਸ਼ਵਰ ਦਾ ਕਿ ਚਿੰਤਾ ਨਾ ਕਰੋ, ਬੁਲਾਏ ਤਾਂ ਮੈਂ ਬਹੁਤ ਹੋਇਆ, ਚੁਣੇ ਥੋੜ੍ਹਾ ਹੀ ਹੈ। ਜੋ ਤੁਹਾਨੂੰ ਕੁਛ ਨਹੀਂ ਨਾ ਮਿਲਿਆ ਤਾਂ ਬਾਈਬਲ ਪੜ੍ਹ ਕੇ ਵੇਖ ਲਓ, ਪਤਰਸ ਨੂੰ ਵੀ ਕੁਛ ਨਹੀਂ ਮਿਲਿਆ, ਪੌਲਸ ਨੂੰ ਵੀ ਕੁਛ ਨਹੀਂ ਮਿਲਿਆ, ਸੰਸਾਰ ਦਾ ਸਾਰੇ ਕੰਗਾਲ ਹੋ ਗਏ। ਜਿੰਨੇ ਨਬੀ, ਜਿੰਨੇ ਰਸੂਲ, ਜਿਨ੍ਹਾਂ ਨੇ ਸ਼ਾਸਤਰ ਲਿਖਿਆ, ਸਾਰੇ ਹੀ ਸਰੀਰਕ ਪੱਖੋਂ ਕੰਗਾਲ ਸੀ। ਨਾ ਉਹਨਾਂ ਕੋਲ ਧਨ, ਨਾ ਦੌਲਤ, ਨਾ ਮਹਿਲ ਮੁਨਾਰੇ, ਨਾ ਰਾਜ, ਨਾ ਪਾਠ।
ਹੁਣ ਤੁਸੀਂ ਕਹੋਗੇ ਜੀ ਦਾਊਦ ਨੂੰ ਮਿਲਿਆ ਸੀ, ਸੁਲੇਮਾਨ ਨੂੰ ਮਿਲਿਆ ਸੀ, ਸ਼ਾਉਲ ਨੂੰ ਮਿਲਿਆ ਸੀਗਾ। ਠੀਕ ਹੈ, ਉਹ ਤਾਂ ਰਾਜੇ ਸੀਗੇ, ਪਰ ਜਿਨ੍ਹਾਂ ਕੋਲ ਧਨ ਦੌਲਤਾਂ ਆਈਆਂ ਨਾ, ਸ਼ਾਉਲ ਨੂੰ ਮਿਲਿਆ ਪਾਪੀ ਬਣ ਗਿਆ, ਦਾਊਦ ਨੂੰ ਮਿਲਿਆ ਧਨ ਦੌਲਤ ਰਾਜ ਪਾਠ ਮਿਲਿਆ, ਉਹ ਹੀ ਪਾਪੀ ਬਣ ਗਿਆ, ਸੁਲੇਮਾਨ ਵੀ ਬਣ ਗਿਆ। ਉਹ ਤੋਂ ਬਾਅਦ ਹੀ ਤਾਂ ਆਪਾਂ ਗੱਲ ਕਰ ਹੀ ਨਹੀਂ ਸਕਦੇ, ਉਹ ਤੋਂ ਬਾਅਦ ਰਸੂਲ ਹੀ ਆਏ ਨਾ। ਪਤਰਸ ਕੀ ਕਹਿੰਦਾ ਜੀ, ਮੈਂ ਤਾਂ ਸਾਰਾ ਕੁਝ ਛੱਡ ਦਿੱਤਾ ਭਾਈ, ਛੱਡ ਦਿੱਤਾ ਨੇ ਪ੍ਰਭੂ ਦੇ ਲਈ। ਪੌਲਸ ਨੇ ਤਾਂ ਤਿਆਗ ਹੀ ਕਰ ਦਿੱਤਾ ਸੰਸਾਰ ਦਾ। ਸਟਿਫਨਸ ਦੀ ਗੱਲ ਕਰੀਏ ਤਾਂ ਉਹ ਛੋਟੀ ਉਮਰ ਦੇ ਵਿੱਚ ਹੀ ਸੀ, ਇਹ ਪਥਰਾਵ ਨਾਲ ਮਾਰਿਆ ਗਿਆ। ਤੁਸੀਂ ਜਿੰਨੇ ਮਰਜ਼ੀ ਤੁਸੀਂ ਨਾਮ ਲੈ ਲਓ ਇਹਦੇ ਵਿੱਚ। ਤੇ ਜਿਹੜੇ ਵਿਸ਼ਵਾਸ ਉਹਨਾਂ ਦੇ ਕੋਲ ਸੀਗਾ, ਉਸ ਵਿਸ਼ਵਾਸ ਨਾਲ ਉਹ ਧੰਨਵਾਨ ਕਿਉਂ ਨਹੀਂ ਬਣੇ? ਜਦ ਕਿ ਕਲੀਸਿਆ, ਪ੍ਰਥਮ ਕਲੀਸਿਆ, ਪਹਿਲੀ ਸਦੀ ਦੀ ਕਲੀਸਿਆ, ਜਿਨ੍ਹਾਂ ਨੇ ਆਪਣਾ ਸਾਰਾ ਕੁਝ ਵੇਚ ਕੇ ਉਹਨਾਂ ਦੇ ਕਦਮਾਂ 'ਚ ਰੱਖ ਦਿੰਦੇ ਸੀਗੇ, ਉਹ ਧਨ ਦੌਲਤਾਂ ਉਹਨਾਂ ਦਾ ਮਹਿਲ ਮਨਾਰੇ ਕਿਉਂ ਨਹੀਂ ਬਣਾ ਲਏ? ਉਹਨਾਂ ਨੇ ਕਿਉਂ ਨਹੀਂ ਪਰਮੇਸ਼ਰ ਨੂੰ ਕਿਹਾ, ਪਰਮੇਸ਼ਰ ਤੇਰਾ ਧੰਨਵਾਦ, ਤੇਰਾ ਸ਼ੁਕਰਗੁਜ਼ਾਰੀ ਕਿ ਤੂੰ ਸਾਨੂੰ ਧੰਨਵਾਨ ਕਰ ਦਿੱਤਾ, ਤੂੰ ਸਾਨੂੰ ਬਲੈਸਿੰਗ ਦਿੱਤੀ ਹੈ, ਤੁਸੀਂ ਬਹੁਤ ਅਦਭੁਤ ਸਾਡੇ ਕੰਮ ਸਾਡੇ ਜੀਵਨ 'ਚ ਕੀਤੇ ਸੀ। ਅਸੀਂ ਗਰੀਬ ਸੀਗੇ, ਮਛੁਆਰੇ ਸੀ, ਮੱਛੀਆਂ ਫੜਨ ਵਾਲੇ ਸੀਗੇ, ਹੁਣ ਤਾਂ ਅਸੀਂ ਆਪਣੇ ਤਾਂ ਪੋਰਟ ਬਣਾ ਲਏ ਹੋਏ ਨੇ ਵਧੀਆ ਵਧੀਆ। ਕੋਈ ਬਲੈਸਿੰਗ ਉੱਥੇ ਹੈ ਨਹੀਂ। ਇਸ ਲਈ ਅਸੀਂ ਆਪਣੇ ਆਪ ਨੂੰ ਪਰਖੀਏ। ਅਸੀਂ ਸਭਾ ਕਿਉਂ ਕਰਦੇ ਹਾਂ? ਕਿਉਂਕਿ ਅਸੀਂ ਇੱਕ ਦੂਜੇ ਨੂੰ ਤਸੱਲੀ ਦਿੰਦੇ ਹਾਂ, ਸ਼ਾਂਤੀ ਦਿੰਦੇ ਹਾਂ ਕਿ ਜਿਹੜਾ ਇਹ ਕਲੇਸ਼ ਹੈ ਨਾ, ਜਿਹੜਾ ਇਸ ਸਮੇਂ ਦਾ ਕਲੇਸ਼ ਹੈ, ਰੋਮੀਓ 'ਚ ਲਿਖਿਆ ਹੋਇਆ, ਇਸ ਸਮੇਂ ਦਾ ਜੋ ਕਲੇਸ਼ ਹੈ ਨਾ, ਲਿਖੋ ਰੋਮੀਓ ਦੇ 8 ਅਧਿਆਇ 'ਚ ਸ਼ਾਇਦ ਲਿਖਿਆ, ਮੈਂ ਗਲਤ ਨਾ ਹੋਵਾਂ, ਕਿ ਇਸ ਸਮੇਂ ਦਾ ਕਲੇਸ਼ ਹੈ ਸਾਡੇ ਉੱਤੇ। ਇਹ ਨਹੀਂ ਕਿ ਮੈਂ ਯਿਸੂ ਮਸੀਹ ਦੇ ਨਾਮ ਉੱਤੇ, ਯਿਸੂ ਮਸੀਹ ਦੇ ਨਾਮ ਉੱਤੇ ਕਲੇਸ਼ ਤਾਂ ਹੈ ਹੀ ਹੈ, ਉਹ ਬਾਅਦ ਦੀ ਗੱਲ ਹੈ। ਜਿਹੜਾ ਸਾਡਾ ਸੰਸਾਰਿਕ ਕਲੇਸ਼ ਹੈ, ਕਿਉਂਕਿ ਅਸੀਂ ਹਰ ਇੱਕ ਬੰਦਾ ਕੀ ਸੋਚਦਾ ਕਿ ਸਾਡੇ ਕੋਲ ਉਹ ਚੀਜ਼ਾਂ ਸਾਰੀਆਂ ਹੋਣ ਜੋ ਦੂਜੇ ਲੋਕਾਂ ਕੋਲੋਂ ਵੀ ਹੈ, ਤਾਂ ਜੋ ਕਿ ਸਾਨੂੰ ਉਹ ਸਾਰੀਆਂ ਸੁੱਖ ਸੁਵਿਧਾਵਾਂ ਸਾਨੂੰ ਮਿਲ ਸਕਣ। ਪਰ ਯਿਸੂ ਮਸੀਹ ਦੇ ਵਿੱਚ ਸਾਨੂੰ ਉਹ ਸਾਰੀਆਂ ਸੁੱਖ ਸੁਵਿਧਾਵਾਂ ਦਾ ਤਿਆਗ ਕਰਨਾ ਪੈਂਦਾ। ਇਹ ਵੀ ਇੱਕ ਸਾਡਾ ਕਸ਼ਟ ਹੈ। ਆਪਣੇ ਦੇਹ ਦੀਆਂ ਸੁੱਖ ਸੁਵਿਧਾਵਾਂ ਹੈ ਕਿ ਨਹੀਂ ਹੈ? ਕਿਉਂ ਨਹੀਂ ਹੈ? ਕਿਉਂਕਿ ਅੱਜ ਇੱਕ ਪੈਦਲ ਚੱਲਣ ਵਾਲਾ ਵਿਅਕਤੀ ਕਹਿੰਦਾ ਕਿ ਮੇਰੇ ਕੋਲ ਸਾਈਕਲ ਹੋਵੇ, ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਸਕੂਟਰ ਹੋਵੇ, ਸਕੂਟਰ ਵਾਲਾ ਕਹਿੰਦਾ ਮੇਰੇ ਕੋਲ ਮੋਟਰਸਾਈਕਲ ਹੋਵੇ, ਮੋਟਰਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਕਾਰ ਹੋਵੇ, ਕਾਰ ਵਾਲਾ ਕਹਿੰਦਾ ਮੇਰੇ ਕੋਲ ਵੱਡੀ ਕਾਰ ਹੋਵੇ, ਅਤੇ ਮੇਰਾ ਛੋਟਾ ਘਰ ਅਤੇ ਮੇਰਾ ਵੱਡਾ ਘਰ ਹੋਵੇ। ਕੀ ਇਹ ਗੱਲਾਂ ਸਾਡੇ ਵਿੱਚ ਹੈ ਜਾਂ ਨਹੀਂ ਹੈ? ਹੈ ਨਾ, ਨੋਰਮਲੀ ਹੈ ਸਾਡੇ 'ਚ, ਕਿਉਂਕਿ ਇਹ ਸਾਡਾ ਇੱਕ ਮਨੁੱਖੀ ਸੁਭਾਅ। ਇਸ ਲਈ ਕਹਿੰਦਾ ਮਿਹਨਤ ਕਰਨ ਵਾਲਿਓ ਮੇਰੇ ਕੋਲ ਆਓ, ਮਿਹਨਤ ਕਰਨ ਵਾਲੇ ਮੇਰੇ ਕੋਲ ਆਓ, ਤੁਹਾਨੂੰ ਮੈਂ ਆਰਾਮ ਦੇਵਾਂਗਾ। ਕਿਹੜਾ ਆਰਾਮ? ਕਿਉਂ ਤੁਹਾਨੂੰ ਮਿਲ ਜਾਊਗਾ, ਦੌਲਤਾਂ ਮਿਲ ਜਾਣਗੀਆਂ, ਉਹ ਪਤਰਸ ਵਾਂਗੂ ਅਮੀਰ ਹੋ ਜਾਣਗੇ, ਜਾਂ ਪੌਲਸ ਵਾਂਗੂ ਆਪਣੀ ਕੋਠੀਆਂ ਬਣਾ ਲੈਣਗੇ। ਇਸ ਤਰ੍ਹਾਂ ਲਿਖਿਆ ਹੋਇਆ ਬਾਈਬਲ ਦੇ ਵਿੱਚ ਨਹੀਂ ਨਾ, ਕਿ ਸੱਚ ਹੈ ਕਿ ਝੂਠ ਹੈ? ਤੋ ਆਰਾਮ ਕਿਹੜਾ? ਆਹ ਵਾਲਾ ਆਰਾਮ, ਆਤਮਿਕ, ਮਾਨਸਿਕ ਆਰਾਮ ਮਿਲਦਾ ਉਸ ਵੇਲੇ, ਕਿਉਂਕਿ ਉਹ ਬੰਦਾ ਸਮਝ ਜਾਂਦਾ ਕਿ ਮੈਂ ਬੇਸ਼ੱਕ ਇਸ ਸੰਸਾਰ ਦੇ ਵਿੱਚ ਗਰੀਬ ਹਾਂ, ਮੈਂ ਕੰਗਾਲ ਹਾਂ, ਮੇਰੇ ਕੋਲ ਬਹੁਤਾ ਕੁਛ ਨਹੀਂ ਹੈ ਇਸ ਧਰਤੀ ਉੱਤੇ, ਪਰ ਉਹਨੂੰ ਸਮਝ ਲੱਗ ਜਾਂਦੀ ਹੈ ਕਿ ਭਾਈ ਮੈਂ ਤਾਂ ਸੰਸਾਰ ਦਾ ਹੀ ਨਹੀਂ ਹਾਂ, ਮੇਰਾ ਘਰ ਹੀ ਇੱਥੇ ਹੈ ਨਹੀਂਗਾ, ਮੈਂ ਮੁਸਾਫਿਰ ਹਾਂ, ਮੈਂ ਪਰਦੇਸੀ ਹਾਂ, ਮੇਰਾ ਘਰ ਤਾਂ ਉੱਥੇ ਹੈ ਜਿੱਥੇ ਯਿਸੂ ਮਸੀਹ ਨੇ ਕਿਹਾ ਕਿ ਮੈਂ ਤੁਹਾਡੇ ਲਈ ਥਾਂ ਬਣਾਉਣ, ਭਾਵ ਕਿ ਤੁਹਾਡੇ ਲਈ ਘਰ ਬਣਾਉਣ ਜਾ ਰਿਹਾ ਭਾਈ, ਤੁਹਾਡੀ ਬੁਕਿੰਗ ਉੱਥੇ ਹੋ ਚੁੱਕੀ ਹੈ, ਵਧੀਆ ਉੱਥੇ ਤੁਹਾਡਾ ਘਰ ਹੋਏਗਾ, ਫਲੈਟ ਹੋਏਗਾ, ਵਧੀਆ ਸਾਰਾ ਕੁਝ ਸਵਰਗਦੂਤਾਂ ਵਾਂਗੂ ਰਹਿਣਾ ਆਪਾਂ। ਤਾਂ ਜਦੋਂ ਉਹ ਬੋਝ ਦੇ ਦੱਬੇ ਹੋਏ ਵਿਅਕਤੀ ਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਕਿ ਭਾਈ ਮੈਂ ਸੰਸਾਰ ਦਾ ਨਹੀਂ ਹਾਂ, ਮੇਰਾ ਪਰਮੇਸ਼ਰ ਜ਼ਿੰਦਾ ਪਰਮੇਸ਼ਵਰ ਹੈ, ਜਲਦ ਆਉਣ ਵਾਲਾ, ਮੈਂ ਉਹਦੇ ਨਾਲ ਜਾਣ ਵਾਲਾ, ਇਸ ਲਈ ਉਹ ਵਿਸ਼ਵਾਸੀ ਬਣ ਜਾਂਦਾ ਅਤੇ ਆਪਣੇ ਵਿਸ਼ਵਾਸ ਦਾ ਚਿੰਨ੍ਹ ਪ੍ਰਗਟ ਕਰਦਾ ਕਿ ਭਾਈ ਨਹੀਂ, ਜਦ ਤੱਕ ਧਰਤੀ 'ਤੇ ਹੈ ਆਸ਼ੀਸ਼ਾਂ ਦੇ ਮਗਰ ਨਹੀਂ ਭੱਜਣਾ ਆਪਾਂ, ਕਿਉਂਕਿ ਜਿਨ੍ਹਾਂ ਨੂੰ ਆਤਮਿਕ ਆਸ਼ੀਸ਼ਾਂ ਮਿਲੀਆਂ ਨਾ ਬਾਈਬਲ ਦੇ ਵਿੱਚ, ਉਹ ਸੰਸਾਰ ਤੋਂ ਕੰਗਾਲ ਹੋ ਗਏ। ਹੈ ਕੋਈ ਦੱਸੋ ਮੈਨੂੰ ਅਮੀਰ ਇਹਦੇ ਵਿੱਚ? ਨਹੀਂ ਨਾ। ਏਲੀਆ ਨਬੀ ਦੀ ਗੱਲ ਕਰ ਲਈਏ, ਕਿੰਨਾ ਵੱਡਾ ਨਬੀ ਸੀ ਪਰਮੇਸ਼ਵਰ ਦਾ, ਜੰਗਲਾਂ 'ਚ ਭੱਜਿਆ ਫਿਰਦਾ, ਨਾ ਰੋਟੀ ਨਾ ਪਾਣੀ, ਸਵਰਗਦੂਤ ਨੇ ਰੋਟੀ ਲਿਆ ਕੇ ਦਿੱਤੀ ਖਾਣ ਨੂੰ, ਖਾ ਭਾਈ 40 ਦਿਨ ਹੋਰ ਭੱਜਣਾ, ਹਜੇ ਭੱਜ ਜਾਂ ਕੰਮ ਕਰ ਜਾ ਪਰਮੇਸ਼ਵਰ ਦਾ। ਆਹ ਸੀ ਨਬੀਆਂ ਦੇ ਹਾਲ। ਸਹੀ ਹੈ ਨਾ? ਸਹੀ ਹੈ।
ਜੇ ਅਸੀਂ ਅਬਰਾਹਮ ਦੀ ਗੱਲ ਕਰ ਲਈਏ, ਉਹ ਵੀ ਸਾਰੀ ਉਮਰ ਸਫਰ ਤੇ ਹੀ ਰਿਹਾ, ਮਹਿਲਾਂ 'ਚ ਨਹੀਂ ਰਿਹਾ ਉਹ। ਸਹੀ ਗੱਲ ਹੈ ਨਾ। ਜੀ ਜੇ ਅਸੀਂ ਗੱਲ ਕਰ ਲਈਏ ਕਿ ਅਲੀਸ਼ਾ ਦੀ ਗੱਲ ਕਰ ਲਈਏ, ਉਹਦੇ ਲਈ ਤਾਂ ਧਨ ਦੌਲਤਾਂ ਹੀ ਆ। ਉਹ ਆਪਣੀ ਕੁਟੀਆ 'ਚ ਜਾਂ ਛੰਨ 'ਚ ਜਾਂ ਕੋਈ ਵੀ ਕਮਰਾ ਉਹਦਾ ਹੋਏਗਾ, ਉੱਥੇ ਬੈਠਾ ਕਹਿੰਦਾ ਜਾ ਮੈਨੂੰ ਲੋੜ ਹੀ ਨਹੀਂ, ਮੈਨੂੰ ਤੂੰ ਮੈਨੂੰ ਕੀ ਦੇਣਾ ਹੈਗਾ। ਇੱਕ ਰਾਜੇ ਨੇ, ਇੱਕ ਸੈਨਾਪਤੀ ਨੇ ਜੋ ਸੋਨਾ ਚਾਂਦੀ ਉਹਦੇ ਕੋਲ ਲੈ ਕੇ ਆਇਆ, ਉਹ ਤੂੰ ਕੀ ਦੇਣਾ ਮੈਨੂੰ ਭਾਈ, ਕੀ ਹੈ ਤੇਰੇ ਕੋਲ? ਸੋਨਾ ਸਾਡੇ ਕਿਸੇ ਕੰਮ ਦਾ ਨਹੀਂ, ਚਾਂਦੀ ਨਹੀਂ, ਕੀਮਤੀ ਲਿਬਾਸ ਲੈ ਕੇ ਆਇਆ, ਸਾਡੇ ਕਿਸੇ ਕੰਮ ਦੇ ਨਹੀਂ ਭਾਈ, ਹੈ ਨਹੀਂ ਸਾਡੇ ਕੰਮ ਦੇ। ਜੋ ਮੇਰੇ ਕੋਲ ਹੈ ਨਾ ਤੈਨੂੰ ਦਿਖਾਵਾਂ, ਜੇ ਉਹ ਦਿਖਾਵੇ ਉਸ ਰਾਜੇ ਨੂੰ ਜਾਂ ਉਸ ਸੈਨਾਪਤੀ ਨੂੰ ਜੋ ਮੇਰੇ ਕੋਲ ਹੈ ਨਾ, ਤੇ ਜੇ ਉਹਦੀ ਅੱਖਾਂ ਦੇ ਪਰਦੇ ਖੋਲ੍ਹਣ ਤਾਂ ਉਹਨੂੰ ਦਿਖਾਉਣਾ ਉਹਦਾ ਸਵਰਗ 'ਚ ਮੇਰਾ ਕੀ ਹੈ, ਮੈਂ ਤਾਂ ਪਰਦੇਸੀ ਬੈਠਾ ਇੱਥੇ। ਇਸ ਲਈ ਪਰਮੇਸ਼ਰ ਸਾਨੂੰ ਆਤਮਿਕ ਆਰਾਮ ਦਿੰਦਾ, ਸਾਨੂੰ ਆਤਮਿਕ ਮਾਨਸਿਕ ਤੌਰ 'ਤੇ ਆਰਾਮ ਦਿੰਦਾ ਕਿ ਅਸੀਂ ਇਸ ਜੱਦੋ ਜਹਿਦ ਦੇ ਵਿੱਚੋਂ, ਇਸ ਜ਼ਿੰਦਗੀ 'ਚੋਂ ਬਾਹਰ ਨਿਕਲ ਆਈਏ ਔਰ ਆਪਣੇ ਵਿਸ਼ਵਾਸ 'ਤੇ ਖੜੇ ਹੋ ਜਾਈਏ ਕਿ ਨਹੀਂ, ਸਾਨੂੰ ਕੁਛ ਨਹੀਂ ਚਾਹੀਦਾ, ਸਾਡਾ ਸਾਰਾ ਕੁਛ ਬਣਿਆ ਪਿਆ। ਦੋ ਵਿਸ਼ਵਾਸ। ਤੇ ਦੂਸਰਾ ਵਿਅਕਤੀ, ਨਹੀਂ ਪਰਮੇਸ਼ਵਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੂੰ ਸਾਨੂੰ ਦੇਣ ਵਾਲਾ, ਸਰੀਰਕ ਨਹੀਂ ਸੰਸਾਰਿਕ ਵੀ ਦੇਣ ਵਾਲਾ। ਤੋ ਵਿਸ਼ਵਾਸ ਦੋ ਹੈ, ਇੱਕ ਆਤਮਿਕ ਮੰਗਦਾ, ਆਤਮਿਕ ਵਿਸ਼ਵਾਸ ਲੈ ਕੇ ਬੈਠਾ ਹੋਇਆ, ਇੱਕ ਸਰੀਰਕ ਮੰਗ ਕਰਦਾ, ਉਹ ਸਰੀਰਕ ਵਿਸ਼ਵਾਸ ਲੈ ਕੇ ਬੈਠਾ ਹੋਇਆ। ਤੇ ਅਸੀਂ ਆਪਣੇ ਵਿਸ਼ਵਾਸ ਨੂੰ ਪਰਖੀਏ ਕਿ ਸਾਡਾ ਵਿਸ਼ਵਾਸ ਕਿੱਧਰ ਨੂੰ ਜਾ ਰਿਹਾ। ਬਾਈਬਲ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਦੋ ਰੋਡ ਮੈਪ ਨੇ, ਦੋ ਰਸਤਿਆਂ ਦੇ ਮੈਪ ਨੇ, ਨਕਸ਼ੇ ਨੇ, ਠੀਕ ਹੈ। ਇੱਕ ਰੋਡ ਸਿੱਧਾ ਹੀ ਜਾਂਦਾ ਸਵਰਗ ਵੱਲ ਨੂੰ, ਬੜਾ ਤੰਗ ਰਸਤਾ। ਦੂਜਾ ਰਸਤਾ ਖੁੱਲ੍ਹਾ ਚੌੜਾ, ਉਹ ਵਿਨਾਸ਼ ਵੱਲ ਨੂੰ ਜਾਂਦਾ। ਔਰ ਬਾਈਬਲ ਤੁਹਾਨੂੰ ਇਸ ਗੱਲ ਦਾ ਅਧਿਕਾਰ ਦਿੰਦੀ ਹੈ ਭਾਈ, ਵੀ ਤੁਸੀਂ ਮੰਗੋ 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 ਤੁਹਾਨੂੰ ਦਿੱਤਾ ਜਾਏਗਾ, ਯੀਸ਼ੂ ਮਸੀਹ ਦੇ ਨਾਮ 'ਚ ਮੰਗੋ। ਅਤੇ ਉਹ ਪਰਮੇਸ਼ਵਰ ਦਿਲਾਂ ਦੀਆਂ ਮਨਾਂ ਦੀਆਂ ਜਾਂਚਣ ਵਾਲਾ, ਜਿਹਨੇ ਸਾਡੇ ਬਾਲ ਵੀ ਗਣੇ ਹੋਏ ਆ ਨਾ, ਉਹ ਚੰਗੀ ਤਰ੍ਹਾਂ ਜਾਚਦਾ ਵੀ ਤੁਸੀਂ ਕਿਹੜਾ ਵਚਨ ਲੈ ਕੇ ਤੇ ਤੁਸੀਂ ਕੀ ਮੰਗਣਾ ਤੇ ਕਿਹੜਾ ਰਸਤਾ ਚੁਣਨਾ, ਤੁਸੀਂ ਤੁਹਾਡੇ ਵਿਸ਼ਵਾਸ ਨੂੰ ਪ੍ਰਗਟ ਕਰੇਗਾ। ਸਾਡੇ ਵਿਸ਼ਵਾਸ ਨੂੰ ਪ੍ਰਗਟ ਕਰੇਗਾ ਉਹ ਵਚਨ ਕਿ ਮੈਂ ਮੰਗਣਾ ਜਾਂ ਮੈਨੂੰ ਆਪਣੇ ਆਪ ਹੀ ਮਿਲ ਜਾਣਾ। ਇਸ ਲਈ ਪਰਮੇਸ਼ਰ ਨੇ ਕਿਹਾ, ਜਦੋਂ ਪ੍ਰਾਰਥਨਾ ਕਰਨੀ ਸਾਨੂੰ ਸਿਖਾਈ ਜੋ ਚੇਲਿਆਂ ਨੂੰ, ਕਿ ਮੇਰੀ ਰੋਜ਼ ਦੀ ਰੋਟੀ ਮੈਨੂੰ ਰੋਜ਼ ਬਖਸ਼, ਲਿਖੀ ਹੋਈ ਨਾ ਲਾਈਤ, ਰੋਜ਼ ਦੀ ਰੋਟੀ, ਭਾਵ ਕਿ ਰੋਜ਼ ਦੀ ਜ਼ਰੂਰਤ ਸਾਨੂੰ ਆਪਣੇ ਪਰਮੇਸ਼ਰ ਨੇ ਆਪ ਹੀ ਪੂਰੀ ਕਰ ਦੇਣੀ ਹੈ। ਅਤੇ ਅਸੀਂ ਆਪਣੇ ਵਿਸ਼ਵਾਸ ਨੂੰ ਮੰਗਣ ਉੱਤੇ ਨਾ ਲਈਏ, ਅਸੀਂ ਆਪਣੇ ਵਿਸ਼ਵਾਸ ਨੂੰ ਨਾ ਮੰਗਣ ਉੱਤੇ ਜ਼ੋਰ ਦਿੱਤਾ ਹੋਇਆ, ਮੰਗੋ ਮੰਗੋ ਮੰਗੋ। ਅਸੀਂ ਮੰਗੀ ਛੱਡਦੇ ਹਾਂ, ਫਿਰ ਮੰਗ ਮੰਗ ਕੇ ਪਰਮੇਸ਼ਰ ਨੂੰ, ਪਰਮੇਸ਼ਰ ਤੇਰਾ ਵਚਨ ਹੈ ਜੀ। ਕਿਉਂਕਿ ਜਦੋਂ ਅਸੀਂ, ਮੈਂ ਇਹ ਗੱਲ ਕਰਨੀ ਨਹੀਂ ਚਾਹੁੰਦਾ ਪਰ ਗੱਲਾਂ 'ਚੋਂ ਗੱਲ ਆ ਜਾਂਦੀ ਹੈ, ਮੈਂ ਥੋੜ੍ਹਾ ਮਜਬੂਰ ਹੋ ਜਾਂਦਾ ਗੱਲ ਕਰਨ ਦੇ ਲਈ, ਕਿ ਜਦੋਂ ਅਸੀਂ ਸਟਾਰਟਿੰਗ ਦੇ ਵਿੱਚ ਕਿ ਚਰਚ ਵਿੱਚ ਆਪਾਂ ਜਾ ਰਹੇ ਸੀਗੇ, ਅਤੇ ਉੱਥੇ ਆਪਾਂ ਜੋ ਚੀਜ਼ ਵੇਖੀ ਔਰ ਜੋ ਸਾਨੂੰ ਸਿਖਾਇਆ ਗਿਆ ਉੱਥੇ, ਕਿ ਜਦੋਂ ਪਰਮੇਸ਼ਵਰ ਦਾ ਦਾਸ, ਜਦੋਂ ਕੋਈ ਤੁਹਾਨੂੰ ਪ੍ਰੋਫੈਸੀ ਕਰੇ, ਕੋਈ ਵੀ ਤੁਹਾਨੂੰ ਭਵਿੱਖਬਾਣੀ ਕਰੇ, ਤੁਹਾਨੂੰ ਰਿਸੀਵ ਕਰਨਾ, ਆਈ ਰਿਸੀਵ, ਜਿਨ੍ਹਾਂ ਨਾਲ ਅਸੀਂ ਜਾਂਦੇ ਸੀਗੇ, ਸਾਨੂੰ ਸਿਖਾਇਆ ਇਹਨਾਂ ਨੇ ਕਿ ਜਿਵੇਂ ਹੀ ਉਹ ਤੁਹਾਨੂੰ ਕੋਈ ਗੱਲ ਕਹਿਣ ਤੇ ਆਈ ਰਿਸੀਵ, ਮੈਂ ਰਿਸੀਵ ਕਰ ਲਈ ਹੈ, ਉਹਨੂੰ ਰਿਸੀਵ ਕਰ ਲੈਣਾ ਕਿ ਤੁਹਾਡੇ ਲਈ ਭਵਿੱਖਬਾਣੀ ਹੋਈ ਹੈ ਸੰਸਾਰ ਦੀ, ਆਤਮਿਕ ਨਹੀਂ, ਸੰਸਾਰ ਦੀ ਚੀਜ਼ਾਂ ਦੀ, ਬਲੈਸਿੰਗ ਦੀ। ਸਾਡੇ ਕੋਲ ਇੱਕ ਵੀ ਰਿਸੀਵ ਨਹੀਂ ਹੋਈ ਰਿਸੀਵ, ਸਾਡੇ ਕੋਲ ਕੋਈ ਇੱਕ ਵੀ ਨਹੀਂ ਹੋਈ। ਤਾਂ ਅਸੀਂ ਰਿਸੀਵ ਕਰਦੇ ਹਾਂ, ਸਾਨੂੰ ਰਿਸੀਵ ਕਰਨਾ ਸਿਖਾਇਆ ਜਾਂਦਾ ਕਿ ਅੱਜ ਮੈਂ ਪ੍ਰੋਫੈਸੀ ਕਰਾਂ ਕਿ ਪਰਮੇਸ਼ਰ ਤੁਹਾਨੂੰ ਅੱਜ ਇੱਕ ਬਹੁਤ ਤਕੜੀ ਬਲੈਸਿੰਗ ਦੇਣ ਜਾ ਰਿਹਾ ਜੀ। ਮੈਂ ਕੁਛ ਵੀ ਕਹਿ ਦੇਵਾਂ, ਮੈਂ ਤੁਸੀਂ ਕਹਿਣਾ ਯੈਸ ਆਮੀਨ, ਆਈ ਰਿਸੀਵ ਆਮੀਨ। ਤੁਹਾਡਾ ਵਿਸ਼ਵਾਸ ਹੈ ਕਿਹੜਾ? ਸੰਸਾਰਿਕ ਭਾਈ, ਵਿਸ਼ਵਾਸ ਸੰਸਾਰਿਕ ਹੈ। ਤੋ ਵਿਸ਼ਵਾਸ ਦੀ ਪਰਿਭਾਸ਼ਾ ਵੀ ਅਸੀਂ ਆਪਣੀ ਲੋੜ ਦੇ ਮੁਤਾਬਕ ਬਣਾ ਕੇ ਬੈਠੇ ਹੋਏ ਹਾਂ। ਜਿਸ ਤਰ੍ਹਾਂ ਦੀ ਸਾਡੀ ਲੋੜ ਹੈ ਉਸੇ ਤਰ੍ਹਾਂ ਦਾ ਵਿਸ਼ਵਾਸ ਅਸੀਂ ਲੈ ਕੇ ਬੈਠੇ ਹੋਏ ਹਾਂ ਬਾਈਬਲ ਦੇ ਵਚਨ ਨੂੰ। ਪਰਮੇਸ਼ਰ ਤੂੰ ਆਖਿਆ, ਬਸ ਤੂੰ ਕਿਆ, ਤੂੰ ਲਿਖਿਆ ਕਿ ਮੰਗ ਦਿੱਤਾ ਜਾਏਗਾ। ਇਸ ਲਈ ਜਦੋਂ ਅਸੀਂ ਆਇਤ ਪੜ੍ਹਦੇ ਹਾਂ ਕਿ ਬੁਲਾਏ ਹੋਏ ਤਾਂ ਬੜੇ ਨੇ, ਮੈਂ ਸੱਦ ਲਏ ਵਿਆਹ ਦੇ ਵਿੱਚ, ਮੈਂ 300 ਬੰਦਾ 400 ਬੰਦਾ ਇਕੱਠਾ ਕਰ ਲਿਆ, ਮੈਂ ਭੋਜ ਰੱਖਿਆ ਸੀ, ਸੱਦ ਲਿਆ ਮੈਂ, ਤਾਂ ਮੈਨੂੰ ਪਤਾ ਕਿ ਮੈਂ ਬਰਾਤੀ ਨਾ ਚੁਣਵੇਂ ਲੈ ਕੇ ਜਾਣੇ ਆ।
ਸੱਚ ਹੈ ਕਿ ਝੂਠ ਹੈ? ਯਿਸੂ ਮਸੀਹ ਦੀ ਬਰਾਤ ਆਉਣੀ ਆ ਸਵਰਗਦੂਤਾਂ ਦੇ ਨਾਲ, ਸਾਰਾ ਮਜਮਾ ਇਕੱਠਾ ਹੋਣਾ ਉੱਥੇ, ਫਿਰ ਨਿਆਂ ਹੋਣਾ। ਸਭ ਤੋਂ ਪਹਿਲਾਂ ਨਿਆਂ ਤਾਂ ਸਾਡੇ ਵਰਗੇ ਉਪਦੇਸ਼ ਜਿਹੜੇ ਉਪਦੇਸ਼ ਦੇ ਰਹੇ ਆਪਾਂ, ਉਪਦੇਸ਼ ਨੂੰ ਸਿਖਾ ਰਹੇ, ਸਾਡਾ ਹੀ ਹੋਣਾ। ਸਾਡੀ ਫੱਟੀ ਪੋਚੀ ਜਾਣੀ ਪਹਿਲਾਂ। ਕਾਕਾ ਤੂੰ ਸਿਖਾਇਆ ਤਾਂ ਬੜਾ, ਤੂੰ ਚੱਲਿਆ ਵੀ ਕਿ ਨਹੀਂ ਚੱਲਿਆ? ਇੱਕ ਭਰਾ ਨੇ ਪੋਸਟ ਕੀਤੀ ਸੀਗੀ ਕਿ ਸੰਸਾਰ ਨੂੰ ਤਿਆਗਣ ਦੀ ਤਾਂ ਤੁਸੀਂ ਸਿੱਖਿਆ ਬਹੁਤ ਦਿੰਦੇ ਹੋ, ਅਤੇ ਜੇ ਅਸੀਂ ਉਹਨਾਂ ਨੂੰ ਜਾ ਕੇ ਵੇਖੀਏ ਘਰਾਂ ਦੇ ਵਿੱਚ ਤਾਂ ਉਹ ਲੱਭਣੇ ਨਹੀਂ ਕਿੱਥੇ ਹੈ। ਸਹੀ ਗੱਲ ਹੈ, ਉਹਨੇ ਕੋਈ ਝੂਠ ਨਹੀਂ ਲਿਖਿਆ, ਸਹੀ ਲਿਖਿਆ ਹੋਇਆ। ਮੈਂ ਜੇ ਸੰਸਾਰ ਨੂੰ ਤਿਆਗਣ ਦੀ ਉਪਦੇਸ਼ ਦੇ ਰਿਹਾ, ਪਹਿਲੀ ਗੱਲ ਤਾਂ ਮੈਂ ਸੰਸਾਰ ਨੂੰ ਤਿਆਗਿਆ ਕਿ ਨਹੀਂ ਤਿਆਗਿਆ, ਗੱਲ ਇੱਥੇ ਮੁੱਕਦੀ ਹੈ। ਪਰ ਕੋਈ ਵਿਅਕਤੀ ਜੱਜ ਨਹੀਂ ਕਰ ਸਕਦਾ। ਤਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਆਪਣੇ ਵਚਨ ਦੇ ਵਿੱਚ ਸਾਨੂੰ ਹਮੇਸ਼ਾ ਹੀ ਸਾਡੇ ਨਾਲ ਬਹੁਤ ਗੱਲਾਂ ਕਰਦਾ, ਸਾਨੂੰ ਬਹੁਤ ਗੱਲਾਂ ਸਿਖਾਉਣ ਦੀ ਕੋਸ਼ਿਸ਼ ਕਰਦਾ। ਪਰ ਸਾਡੀ ਨਾ ਪ੍ਰੋਬਲਮ ਇਹ ਹੈ ਕਿ ਅਸੀਂ ਬਾਈਬਲ ਪੜ੍ਹ ਕੇ ਰਾਜੀ ਨਹੀਂ ਹੈ, ਬਾਈਬਲ ਨਹੀਂ ਪੜ੍ਹਨਾ ਚਾਹੁੰਦੇ ਹਾਂ ਅਸੀਂ। ਸਾਡੇ ਕੋਲ ਟਾਈਮ ਨਹੀਂ ਹੈ, ਜਾਂ ਸਾਨੂੰ ਸ਼ੌਂਕ ਨਹੀਂ ਪੜ੍ਹਨ ਦਾ, ਜਾਂ ਠੀਕ ਆ ਵੀ ਅਸੀਂ ਉਪਦੇਸ਼ਕ ਰੱਖੇ ਹੋਏ ਆ, 3-4 ਬੰਦੇ ਅਸੀਂ ਸਿਲੈਕਟ ਕੀਤੇ ਹੋਏ ਆ ਜੀ, ਭਾਈ ਉਹ ਜਿੰਨਾ ਕੁ ਬੋਲ ਦਿੰਦੇ ਉਹਨਾਂ ਕੁ ਬਸ ਸਿੱਖ ਲਈਦਾ, ਵੀ ਸਾਡਾ ਬਸ ਘਰ ਪੂਰਾ ਜੀ, ਸਾਡਾ ਬਸ ਓਕੇ ਹੈ ਜੀ, ਆਪਾਂ ਜਾ ਰਹੇ ਹਾਂ, ਬਸ ਸਾਡੀ ਟਿਕਟ ਪੱਕੀ ਹੈ। ਐਵੇਂ ਨਹੀਂ ਹੋਣਾ। ਮੈਂ ਜਿੰਨਾ ਮਰਜ਼ੀ ਤੈਨੂੰ ਉਪਦੇਸ਼ ਦੇ ਲਵਾਂ, ਮੈਂ ਸਾਰਾ ਦਿਨ ਤੁਹਾਨੂੰ ਸਿਖਾਈ ਜਾਵਾਂ, ਪਰ ਜਦ ਤੁਸੀਂ ਬਾਈਬਲ ਆਪ ਨਹੀਂ ਨਾ ਚੱਕੋਗੇ, ਬਾਈਬਲ ਨੂੰ ਆਪ ਨਹੀਂ ਪੜ੍ਹੋਗੇ, ਪਰਮੇਸ਼ਰ ਤੁਹਾਡੇ ਨਾਲ ਕਦੀ ਗੱਲ ਨਹੀਂ ਕਰੇਗਾ। ਆਪਣੇ ਮਨ ਦੇ ਵਿੱਚ ਸਵਾਲ ਰੱਖ ਕੇ ਬਾਈਬਲ ਨੂੰ ਚੱਕੋ, ਤੁਹਾਨੂੰ ਉਹਦੇ ਜਵਾਬ ਮਿਲ ਜਾਣਗੇ। ਪਰਮੇਸ਼ਰ ਦਿੰਦਾ ਜਵਾਬ। ਜਦੋਂ ਅਸੀਂ ਆਪਣੇ ਆਪ ਨਾਲ ਸਵਾਲ ਕੀਤਾ ਸੀ, ਪਰਮੇਸ਼ਵਰ ਕਿ ਮੇਰਾ ਵਿਸ਼ਵਾਸ ਪੱਕਾ ਹੈ ਕਿ ਨਹੀਂ ਪੱਕਾ ਹੈ, ਤਾਂ ਜਦੋਂ ਅਸੀਂ ਬਾਈਬਲ ਨੂੰ ਚੱਕਿਆ ਸੀ ਅੱਜ ਤੋਂ ਜੋ ਆਪਾਂ ਸਟਾਰਟਿੰਗ ਕੀਤੀ ਹੈ, ਤਾਂ ਜਦੋਂ ਵਚਨ ਪੜ੍ਹਿਆ ਵੀ ਭਾਈ ਬੁਲਾਏ ਤਾਂ ਬਹੁਤ ਹੈ, ਮੈਂ ਕਿਹਾ ਪਰਮੇਸ਼ਵਰ ਤੁਸੀਂ ਮੈਨੂੰ ਵੀ ਸੱਦ ਲਿਆ, ਕਹਿੰਦਾ ਚੁਣੇ ਥੋੜ੍ਹੇ ਆ, ਵੀ ਭਾਈ ਮੈਂ ਚੁਣਿਆ? ਸਵਾਲ ਖੜਾ ਹੋ ਗਿਆ ਉੱਥੇ ਹੀ, ਸ਼ੱਕ ਹੋ ਗਿਆ ਮੈਨੂੰ ਆਪਣੇ ਆਪ ਦੇ ਚੁਣੇ ਹੋਏ 'ਤੇ। ਸੱਚ ਹੈ ਕਿ ਝੂਠ ਹੈ? ਤੁਹਾਨੂੰ ਸ਼ੱਕ ਹੈ ਕਿ ਨਹੀਂ ਹੈ ਆਪਣੇ ਚੁਣੇ ਹੋਏ 'ਤੇ? ਹੋਣਾ ਚਾਹੀਦਾ, ਕਿਉਂ ਨਹੀਂ ਹੋਣਾ ਚਾਹੀਦਾ? ਭਾਈ ਰਿਵੀਜ਼ਨ ਕਰੋ। ਇਹ ਸਕੂਲ ਦੇ ਐਗਜ਼ਾਮ ਨਹੀਂ ਹੈ ਵੀ ਬਈ ਕੋਈ ਗੱਲ ਨਹੀਂ ਸਾਰਾ ਸਾਲ ਪੜ੍ਹ ਲਿਆ, ਬੜਾ ਪਤਾ ਚੇਤੇ ਸਾਨੂੰ, ਬੜਾ ਕੋਈ ਚੱਕ ਦਾਂਗੇ, ਗੱਡ ਦਿਆਂਗੇ ਪੇਪਰ, ਚਾਹੇ ਕੋਈ ਗੱਲ ਨਹੀਂ 33 ਜੀ ਪਾਸ ਹੋ ਜਾਵਾਂਗੇ, ਕਿਹੜਾ ਫਰਕ ਪੈਂਦਾ? 40%, 50%, 60% ਹੀ ਪਾਸ ਹੋ ਜਾਣ, ਕਿਹੜਾ ਫਰਕ ਪੈਂਦਾ? ਅਗਲੀ ਕਲਾਸ ਚਲੇ ਜਾਣਾ। ਪਰ ਭਾਈ ਮਸੀਹ ਦੇ ਵਿੱਚ ਨਾ 99% ਨਹੀਂ ਚੱਲਣਾ, 100/100 ਹੀ ਚੱਲਣਾ। ਇੱਕ ਵੀ ਦਾਗ ਲੈ ਕੇ ਤੁਸੀਂ ਸ਼ਵੇਤ ਵਸਤਰ ਦੇ ਉੱਤੇ ਨਾ, ਇੱਕ ਵੀ ਦਾਗ ਦੂਰੇ ਪਤਾ ਲੱਗਦਾ ਨਾ, ਚਮਕਣਾ ਉਸ ਦਾਗ ਨੇ, ਚਿੱਟਾ ਲਵਾਜ਼ ਉਹ ਤੇ ਦਾਗ ਨਜ਼ਰ ਆ ਰਿਹਾ, ਉਹ ਨਹੀਂ ਐਂਟਰੀ ਹੋਣੀ, ਐਂਟਰੀ ਨਹੀਂ ਹੋਣੀ। ਜੇ ਤੁਸੀਂ ਵੀਜ਼ੇ ਦੀ ਫਾਈਲ ਭਰੋ ਨਾ, ਕਾਫੀ ਪੇਪਰ ਹੁੰਦੇ, ਕਾਫੀ ਕੁਛ ਭਰਨਾ ਪੈਂਦਾ, ਉਹ 'ਚ ਤੁਸੀਂ ਭਰਨ ਦੇ ਵਿੱਚ ਕੋਈ ਗਲਤੀ ਕਰਦੇ ਹੋ ਨਾ, ਤੁਹਾਡੀ ਫਾਈਲ ਰਿਜੈਕਟ ਹੋ ਜਾਂਦੀ ਹੈ। ਇਹ ਤਾਂ ਫਾਈਲ ਹੀ ਸਾਡੀ ਲੱਗੀ ਹੋਈ ਹੈ, ਮੈਂ ਧੁਰ ਦਰਗਾਹ ਦੀ, ਸਵਰਗ ਦੀ। ਔਰ ਸਵਰਗ ਜਾਣ ਦੀ ਜਿਹੜੀ ਪੜ੍ਹਾਈ ਹੈ ਉਹ ਬਾਈਬਲ ਹੈ, ਤਾਂ ਉਹ ਪੜ੍ਹਾਈ ਦੇ ਵਿੱਚ ਅਸੀਂ ਪੜ੍ਹ ਕੇ ਰਾਜੀ ਨਹੀਂ, ਕਿਉਂਕਿ ਹਰ ਵਚਨ ਗੱਲ ਕਰਦਾ, ਵਚਨ ਬਾਰ-ਬਾਰ ਮੇਰੇ ਨਾਲ ਗੱਲ ਕਰਦਾ, ਭਾਈ ਆਪਣਾ ਵਿਸ਼ਵਾਸ ਪਰਖ ਆਪਣਾ ਵਿਸ਼ਵਾਸ, ਪਰਖ ਆਪਣਾ ਵਿਸ਼ਵਾਸ। ਮੈਂ ਜਦੋਂ ਬਾਈਬਲ ਦੇ ਵਚਨਾਂ ਵਿੱਚ ਆਪਣੇ ਵਿਸ਼ਵਾਸ ਨੂੰ ਪਰਖਣ ਦੀ ਕੋਸ਼ਿਸ਼ ਕਰਦਾ, ਮੈਂ ਡਾਵਾਡੋਲ। ਫਿਰ ਕਹਿੰਦੇ ਪ੍ਰਭੂ ਧੰਨਵਾਦ ਤੇਰਾ ਕਿ ਸਾਨੂੰ ਨਾ ਬਸ ਅਨੁਗ੍ਰਹਿ ਦੇ, ਸਾਡੇ ਨੂੰ ਤਾਕਤ ਦੇ, ਸਾਨੂੰ ਆਤਮਿਕ ਤਾਕਤ ਦੇ ਕਿ ਜਦ ਤੱਕ ਜ਼ਿੰਦਾ ਨਾ ਤੇਰੇ ਵਚਨ ਦੇ ਅਨੁਸਾਰ ਆਪਣੀ ਉਨੀ ਕੀ ਹੀ ਕਮਾਈ ਦੇ ਵਿੱਚ ਵਿਸ਼ਵਾਸ ਦੇ ਨਾਲ ਚੱਲਦੇ ਰਹੀਏ, ਅਤੇ ਉਸ ਰਾਹ ਉੱਤੇ ਆਪਾਂ ਚੱਲ ਕੇ ਉੱਥੇ ਪਹੁੰਚ ਸਕੀਏ। ਤਾਂ ਭਾਈ ਆਪਣੇ ਵਿਸ਼ਵਾਸ ਨੂੰ ਪਰਖੋ ਕਿ ਸਾਡਾ ਜਿਹੜਾ ਵਿਸ਼ਵਾਸ ਹੈ ਉਹ ਸਰੀਰਿਕ ਔਰ ਸੰਸਾਰਿਕ ਹੈ ਜਾਂ ਆਤਮਿਕ। ਆਪਣੇ ਵਿਸ਼ਵਾਸ ਨੂੰ ਪਰਖੋ ਕਿ ਮੇਰੇ ਪ੍ਰਭੂ ਨੇ ਮੈਨੂੰ ਕਿਹਾ ਕਿ ਮੰਗ, ਅਤੇ ਮੈਂ ਮੰਗ ਰਿਹਾ, ਮੇਰਾ ਵਿਸ਼ਵਾਸ ਇਸ ਗੱਲ ਉੱਤੇ ਹੈ, ਜਾਂ ਪ੍ਰਭੂ ਦੀ ਗੱਲ ਦੇ ਇਸ ਉੱਤੇ ਵਿਸ਼ਵਾਸ ਹੈ ਕਿ ਨਹੀਂ, ਤੇਰੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਕਿ ਤੈਨੂੰ ਕਿਸ ਚੀਜ਼ ਦੀ ਲੋੜ ਹੈ। ਪਰ ਦੋਨੋਂ ਗੱਲਾਂ ਬਾਈਬਲ ਦੀਆਂ ਲਿਖੀਆਂ ਹੋਈਆਂ, ਦੋਨੋਂ ਗੱਲਾਂ 'ਚ ਕੋਈ ਝੂਠ ਕੁਛ ਨਹੀਂ ਹੈ, ਪਰ ਮੈਂ ਉਸ ਵਿਸ਼ਵਾਸ ਨੂੰ ਪਰਖਣ ਦੀ ਗੱਲ ਕਹਿੰਦਾ ਪਿਆ ਮੈਂ, ਕਿ ਤੈਨੂੰ ਪ੍ਰਭੂ 'ਤੇ ਵਿਸ਼ਵਾਸ ਹੈ ਕਿ ਉਹ ਆਪਣੇ ਆਪ ਤੁਹਾਡਾ ਸਾਰਾ ਕਾਰਜ ਕਰ ਦੇਗਾ, ਜਾਂ ਤੁਹਾਡਾ ਵਿਸ਼ਵਾਸ ਕਮਜ਼ੋਰੀ ਹੈ ਕਿ ਸਾਨੂੰ ਮੰਗ ਕੇ ਕਰਾਉਣਾ ਪਏਗਾ। तो परमेश्वर का धन्यवाद आज के समय के लिए, आज के इस वचन के लिए।